20 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਕੈਲੀਫੋਰਨੀਆ ਇਮੀਗ੍ਰੇਸ਼ਨ ਕੰਸਲਟੈਂਟ, ਰਜਿਸਟਰਡ ਅਤੇ ਬੌਂਡਡ। ਇਮੀਗ੍ਰੇਸ਼ਨ ਅਸਿਸਟੈਂਸ ਦੇ ਨਾਲ ਸਿਟੀਜ਼ਨਸ਼ਿਪ, ਵਰਕ ਪਰਮਿਟ, ਪ੍ਰੋਸੈਸ ਸਰਵਿਸ, OCI ਕਾਰਡ, ਫੈਮਿਲੀ ਪਟੀਸ਼ਨ, ਇੰਡੀਅਨ ਪਾਸਪੋਰਟ, ਇੰਡੀਅਨ ਵੀਜ਼ਾ ਅਤੇ ਨੋਟਰੀ ਪਬਲਿਕ ਲਈ ਸੰਪਰਕ ਕਰੋ। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਗੁਰਸ਼ਰਨ ਸੇਖੋ, 22693 ਹੈਸਪੇਰੀਅਨ ਬੁਲੇਵਾਰਡ, ਸਵੀਟ 250, Hayward, California. Call 510-200-9988। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਫਿਰ ਤੋਂ ਸਾਡੇ ਨਾਲ ਜੁੜ ਗਏ ਹੋ ਜੀ। ਇਹ ਪ੍ਰੋਗਰਾਮ ਤੁਹਾਨੂੰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਤੇ ਬਠਿੰਡਾ ਸਟੂਡੀਓ ਤੋਂ ਲਾਈਵ ਸੁਣਨ ਨੂੰ ਮਿਲਦਾ। ਜੋ ਵੀਰ ਇਸ ਵਕਤ ਸਾਡੇ ਨਾਲ ਫੇਸਬੁੱਕ ਪੇਜ ਅਤੇ YouTube ਚੈਨਲ 'ਤੇ ਜੁੜੇ ਤੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ, ਤੁਸੀਂ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ ਅਤੇ YouTube ਚੈਨਲ ਤਮਾਮ ਖਬਰਾਂ ਲਈ ਅਤੇ ਪੰਜਾਬ ਦੀਆਂ ਜੋ ਗਤੀਵਿਧੀਆਂ ਉਹਨਾਂ ਦੇ ਲਈ ਜ਼ਰੂਰ ਲਾਈਕ ਕਰੋ। ਅਸੀਂ ਅਪਡੇਟ ਕਰਦੇ ਰਹਿੰਦੇ ਹਾਂ। RadioPunjabToday.com ਹਰ ਪਲ ਜਿਹੜੀ ਹੈ, ਜਦੋਂ ਵੀ ਕੋਈ ਤਾਜ਼ਾ ਤਰੀਨ ਖਬਰ ਪੰਜਾਬ ਦੀ ਆਉਂਦੀ ਹੈ ਜਾਂ ਭਾਰਤ ਦੀ ਆਉਂਦੀ ਹੈ ਜਿਹਦਾ ਸੰਬੰਧ ਸਿੱਧਾ ਪੰਜਾਬੀਆਂ ਨਾਲ ਹੈ, ਤਾਂ ਅਸੀਂ ਤੁਰੰਤ ਅਪਡੇਟ ਕਰਦੇ ਹਾਂ। ਸੋ RadioPunjabToday.com ਦੇ ਉੱਤੇ ਵੀ ਤੁਸੀਂ ਜਾ ਸਕਦੇ ਹੋ, ਨਹੀਂ ਤਾਂ ਐਂਡਰੋਇਡ ਐਪ ਹੈ ਜਿਹੜੀ ਰੇਡੀਓ ਪੰਜਾਬ ਟੂਡੇ ਦੀ, ਉਹ ਵੀ ਡਾਊਨਲੋਡ ਕਰ ਸਕਦੇ ਹੋ। ਅਤੇ ਉਹਦੇ ਉੱਤੇ ਤਮਾਮ ਸੈਕਸ਼ਨਸ ਨੇ, ਵੀਡੀਓ ਸੈਕਸ਼ਨ, ਆਡੀਓ ਸੈਕਸ਼ਨ ਅਤੇ ਵੈਬਸਾਈਟ ਸੈਕਸ਼ਨ। ਸੋ ਜਿਹੜੇ ਟਰੱਕਰ ਵੀਰ ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ, ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਅਤੇ ਇਨਕਮ ਵੀ ਚੰਗੀ ਕਰਨੀ ਚਾਹੁੰਦੇ ਨੇ, ਤਾਂ ਸੈਟਲ ਦੇ ਵਿੱਚ ਤੁਹਾਨੂੰ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਹੈ ਉਹ ਲੋਕਲ ਏਰੀਆ ਜੋਬ ਦੇ ਰਹੀ ਹੈ। ਤੁਸੀਂ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ, ਜੇਕਰ ਤੁਹਾਨੂੰ ਰਾਹ ਖੇੜੇ ਕੋਈ ਮੁਸ਼ਕਿਲ ਆ ਜਾਂਦੀ ਹੈ ਤਾਂ ਕਾਲ ਟਰੱਕ ਐਂਡ ਟ੍ਰੇਲਰ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ 'ਤੇ ਤੁਹਾਨੂੰ
ਵਾਸ਼ ਕੁਇਕ ਟਰੱਕ ਲੀਵ ਦੇ ਨਾਲ ਪਾਰਕਿੰਗ ਦੀ ਸਹੂਲਤ ਹੈ ਇੱਥੇ। DOT ਸੇਫਟੀ ਤੋਂ ਇਲਾਵਾ ਸੈਮੀ ਤੇ ਟ੍ਰੇਲਰ ਦਾ ਸਾਰਾ ਕੰਮ ਕੀਤਾ ਜਾਂਦਾ ਹੈ। ਬਲਤੇਜ ਪਨੇਸਰ ਹੋਰਾਂ ਨਾਲ 2044592000 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਵਿਰੋਧ ਹੋ ਰਿਹਾ, ਵਾਰ-ਵਾਰ ਕਿਸਾਨ ਆਗੂ ਕਹਿ ਰਹੇ ਨੇ ਭਾਈ ਸਾਡਾ ਵਿਰੋਧ ਸਿਰਫ ਤੇ ਸਿਰਫ BJP ਨਾਲ ਹੈ। ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਸੀ ਉਹਨਾਂ ਨੇ ਅਕਾਲੀ ਵੀ ਬਰੀ ਕਰ ਦਿੱਤੇ ਨੇ, ਕੀ ਕਹੋਗੇ? ਦੇਖੋ, ਅਕਾਲੀਆਂ ਨੂੰ ਬਰੀ ਕਰਨਾ ਕੋਈ ਬੈਂਕ ਸਮਝਦਾ ਕੋਈ ਪਾਪ ਨਹੀਂ ਕੀਤਾ ਉਹਨਾਂ ਨੇ ਜੀ, ਠੀਕ ਹੀ ਹੈ। ਕਿਉਂਕਿ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਲੋਕ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਹੈ, ਜੀ, ਜਿਹੜੇ ਲੋਕ ਖੇਤੀ ਕਾਨੂੰਨ ਬਣਵਾਉਣ ਦੇ ਵਿੱਚ ਹੈ, ਉਹਦੇ ਹੱਕ ਵਿੱਚ ਹੈ, ਉਹਨਾਂ ਦੀ ਜਿਹੜੀ ਪਬਲਿਕ ਫੰਕਸ਼ਨਿੰਗ ਹੈ ਉਹਦੇ ਤੇ ਪਾਬੰਦੀ ਲਾਈ ਜਾਂਦੀ ਹੈ ਜੀ। ਔਰ ਇਹ ਪਾਬੰਦੀ ਜਿਹੜੀ ਹੈਗੀ ਕੋਈ ਕਿਸਾਨਾਂ ਦੇ ਕੋਲ ਸਰਕਾਰੀ ਹੁਕਮ ਤਾਂ ਹੁੰਦਾ ਨਹੀਂ, ਨਾ ਉਹਨਾਂ ਕੋਲ ਕੋਈ ਸਰਕਾਰੀ ਪਾਵਰ ਹੈ ਜੀ। ਉਹਨਾਂ ਨੂੰ ਇਹ ਹੈ ਕਿ ਅਸੀਂ ਆਪਣੀ ਜਥੇਬੰਦਕ ਸ਼ਕਤੀ ਦੇ ਬਲਬੂਤੇ ਉਹਨਾਂ ਦੇ ਰਾਹ ਵੀ ਰੋਕਾਂਗੇ, ਉਹਨਾਂ ਦੀਆਂ ਕਾਨਫਰੰਸਾਂ ਵੀ ਰੋਕਾਂਗੇ, ਉਹਨਾਂ ਨੂੰ ਅਸੀਂ ਕਿਤੇ ਜਾਣ ਨਹੀਂ ਦੇਣਾ, ਰਹਾਂਗੇ ਪੁਰਅਮਨ ਜੀ। ਉਹ ਆਪਣੀਆਂ ਰਾਜਨੀਤਿਕ ਸਰਗਰਮੀਆਂ ਨਾ ਕਰ ਸਕਣ। ਬਾਕੀ ਕਿਸੇ ਨੂੰ ਕੋਈ ਇਸ ਗੱਲ ਦੇ ਉੱਤੇ ਬਹੁਤਾ ਵਿਰੋਧ ਨਹੀਂ ਹੈ, ਤੁਸੀਂ ਕਰ ਲਓ। ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਨੇ ਪਹਿਲੇ ਪੜਾਅ ਦੇ ਵਿੱਚ ਜੀ, ਕਿਉਂਕਿ ਖੇਤੀ ਕਾਨੂੰਨਾਂ ਦੇ 2-3 ਪੜਾਅ ਹੋਏ। ਇੱਕ ਪੜਾਅ ਉਦੋਂ ਸੀ ਜਦੋਂ 3 ਆਰਡੀਨੈਂਸ ਜਾਰੀ ਹੋਏ ਸੀ ਜੀ। ਆਰਡੀਨੈਂਸ ਜਾਰੀ ਕਰਨ ਦਾ ਮਤਲਬ ਕੀ ਹੁੰਦਾ ਕਿ ਇੱਕ ਸੈਸ਼ਨ ਤੋਂ ਲੈ ਕੇ ਦੂਜੇ ਸੈਸ਼ਨ ਦੇ ਦਰਮਿਆਨ ਦਾ ਜਿਹੜਾ ਸਮਾਂ ਹੈ ਜੀ, ਇਸ ਸਮੇਂ ਦੌਰਾਨ ਜੇ ਕਿਸੇ ਐਮਰਜੈਂਸੀ ਕਿਸੇ ਕਾਨੂੰਨ ਦੀ ਲੋੜ ਪੈ ਜੇ, ਹੁਣ ਸੈਸ਼ਨ ਤਾਂ ਹੈ ਨਹੀਂਗਾ, ਪਾਰਲੀਮੈਂਟ ਜੁੜੀ ਹੋਣੀ ਹੋਈ, ਪਾਰਲੀਮੈਂਟ ਦੇ ਵਿੱਚ ਪਾਸ ਨਹੀਂ ਹੋ ਸਕਦਾ, ਨਾ ਉਹ ਅਸੈਂਬਲੀ 'ਚੋਂ ਪਾਸ ਹੋ ਸਕਦਾ ਹੈ। ਉਹਦੇ ਵਾਸਤੇ ਫਿਰ ਪ੍ਰਬੰਧ ਇਹ ਕਰ ਦਿੱਤਾ ਸੀ ਕਿ ਇੱਕ ਆਰਡੀਨੈਂਸ ਰਾਸ਼ਟਰਪਤੀ ਵੱਲੋਂ ਜਾਂ ਗਵਰਨਰ ਵੱਲੋਂ ਜਾਰੀ ਹੋ ਜਾਂਦਾ ਹੈ ਜੀ ਜੀ। ਦਸਤਖਤ ਭਾਵੇਂ ਉਹਦੇ ਤੇ ਰਾਸ਼ਟਰਪਤੀ ਵੱਲੋਂ ਹੁੰਦੇ ਆ, ਜੇ ਦੇਸ਼ ਪੱਧਰ ਦਾ ਹੋਵੇ, ਕੌਮੀ ਪੱਧਰ ਦਾ ਆਰਡੀਨੈਂਸ ਹੋਵੇ, ਜੇ ਸਟੇਟ ਲੈਵਲ ਦਾ ਆਰਡੀਨੈਂਸ ਹੋਵੇ ਤਾਂ ਉਹਦੇ ਉੱਤੇ ਫਿਰ ਦਸਤਖਤ ਹੁੰਦੇ ਆ ਗਵਰਨਰ ਸਾਹਿਬ ਦੇ ਜੀ। ਲੇਕਿਨ ਉਹਦੀ ਪ੍ਰਪੋਜ਼ਲ ਹੈ ਜਿਹੜੀ ਤਜਵੀਜ਼ ਹੈ ਕਿ ਅਸੀਂ ਜਿਹੜਾ ਹੈਗਾ ਜੀ ਆਪ ਜੀ ਦੇ ਪੇਸ਼ ਕਰਦੇ ਹਾਂ, ਉਹ ਮੰਤਰੀ ਮੰਡਲ ਵੱਲੋਂ ਤਿਆਰ ਕੀਤੀ ਜਾਂਦੀ ਹੈ ਜੀ, ਚਾਹੇ ਉਹ ਕੇਂਦਰੀ ਮੰਤਰੀ ਮੰਡਲ ਹੈ ਤੇ ਚਾਹੇ ਸੂਬਾਈ ਮੰਤਰੀ ਮੰਡਲ ਹੈ। ਹੁਣ ਉਦੋਂ ਇਹ ਹੈਗਾ ਕਿ ਉਹ 3 ਆਰਡੀਨੈਂਸ ਜਾਰੀ ਹੋ ਗਏ ਜੀ। ਅਕਾਲੀ ਦਲ ਵਾਲੇ ਭਾਵੇਂ ਇਹ ਗੱਲ ਕਹਿੰਦੇ ਆ ਕਿ ਜੀ ਅੰਦਰ ਖਾਤੇ ਅਸੀਂ ਕਿਹਾ ਸੀ ਕਿ ਜੀ ਇਹਨਾਂ ਆਰਡੀਨੈਂਸਾਂ ਨੂੰ ਤੁਸੀਂ ਰਹਿਣ ਦਿਓ, ਹਾਂਜੀ। ਅਸੀਂ ਉਹਦਾ ਵਿਰੋਧ ਕੀਤਾ ਸੀਗਾ, ਲੇਕਿਨ ਸਾਡੇ ਉੱਤੋਂ ਦੀ ਹੋ ਕੇ ਉਹ ਸਾਰਾ ਕੁਝ ਕਰ ਰਿਹਾ ਜੀ। ਸਵਾਲ ਇੱਥੇ 2 ਪੈਦਾ ਹੁੰਦੇ ਵੀ ਜੇ ਤੁਸੀਂ ਵਿਰੋਧ ਕੀਤਾ ਸੀ ਤਾਂ ਤੁਸੀਂ ਜਿਹੜੀ ਹੈਗੀ ਹੈ ਮਿੰਟ ਬੁੱਕ, ਜਿਹਨੂੰ ਅਸੀਂ ਕਾਰਵਾਈ ਕਿਤਾਬ ਕਹਿ ਦਿੰਦੇ, ਉਹਦੇ ਵਿੱਚ ਰਜਿਸਟਰ ਕਰਵਾਇਆ ਆਪਣੇ, ਉਹਦੀ ਕਾਪੀ ਜਿਹੜੀ ਹੈ ਮਿਲ ਸਕਦੀ ਹੈ। ਪਾਰਲੀਮੈਂਟ ਦਾ ਮੈਂਬਰ ਵੀ ਲੈ ਸਕਦਾ, ਜਿਹੜਾ ਵਜ਼ੀਰ ਵਿੱਚ ਹੈ ਉਹ ਤਾਂ ਹਿੱਸੇਦਾਰ ਹੈ ਹੀ ਹੈ, ਉਹਨੂੰ ਤਾਂ ਮਿਲਣੀ ਹੈ। ਜੇ ਹੋਰ ਕੋਈ ਨਹੀਂ ਤਾਂ ਕਿੰਨਾ ਲੰਬਾ ਸਮਾਂ ਹੋ ਗਿਆ, ਤੁਸੀਂ ITI ਪਾ ਕੇ ਲੈ ਸਕਦੇ ਸੀ ਜੀ। ਦੂਜਾ ਉਹਦਾ ਇਹ ਹੁੰਦਾ ਹੈ ਕਿ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਮਿਲਦਾ ਜੀ ਤਾਂ ਫਿਰ ਤੁਸੀਂ ਉਸ ਵੇਲੇ ਜੇ ਵਿਰੋਧ ਕੀਤਾ ਤੇ ਤੁਹਾਡਾ ਵਿਰੋਧ ਮੰਨਿਆ ਨਹੀਂ, ਤੁਸੀਂ ਮੌਕੇ ਤੇ ਅਸਤੀਫਾ ਕਿਉਂ ਨਹੀਂ ਦਿੱਤਾ? ਫਿਰ ਤਾਂ ਤੁਹਾਨੂੰ ਆਪਣੇ ਆਪ ਅਲੱਗ ਹੋਣਾ ਚਾਹੀਦਾ ਸੀ ਜੀ, ਮੇਰੀ ਗੱਲ ਨਹੀਂ ਮੰਨੀ ਗਈ ਜੀ ਜੀ, ਮੈਂ ਜੋ ਗੱਲ ਕਹੀ ਸੀ ਉਹ ਗੱਲ ਮੰਨੀ ਨਹੀਂ ਗਈ। ਮੈਂ ਤੁਹਾਡੀ ਯਾਦ ਕਰਾਉਣਾ, ਆਪਾਂ ਅਸ਼ੋਕ ਲਵਾਸਾ ਦੀ ਗੱਲ ਕਰਦੇ ਹੁੰਦੇ ਹਾਂ। ਅਸ਼ੋਕ ਲਵਾਸਾ ਭਾਰਤ ਦਾ ਚੋਣ ਕਮਿਸ਼ਨਰ ਸੀ ਜੀ ਜੀ। ਔਰ ਜਦੋਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ, ਉਦੋਂ ਬਹੁਤ ਸਾਰੀਆਂ ਸ਼ਿਕਾਇਤਾਂ ਕੈਂਡੀਡੇਟਸ ਦੇ ਖਿਲਾਫ ਆਉਂਦੀਆਂ ਰਹੀਆਂ, ਬਿਲਕੁਲ ਲੀਡਰਾਂ ਦੇ ਖਿਲਾਫ ਆਉਂਦੀਆਂ ਰਹੀਆਂ, ਸਟਾਰ ਪ੍ਰਚਾਰਕ ਦੇ ਖਿਲਾਫ ਆਉਂਦੀਆਂ ਰਹੀਆਂ। ਭਾਰਤੀ ਜਨਤਾ ਪਾਰਟੀ ਦੇ 2 ਜਿਹੜੇ ਟੌਪ ਦੇ ਸਟਾਰ ਪ੍ਰਚਾਰਕ ਹੈ, ਉਹ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਤੇ ਸ਼੍ਰੀ ਅਮਿਤ ਸ਼ਾਹ ਜਿਹੜੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਹੈ, ਉਹ ਹੁੰਦੇ ਸੀ ਜੀ। ਉਦੋਂ ਸ਼ਾਇਦ ਅਮਿਤ ਸ਼ਾਹ ਜੀ BJP ਦੇ ਪ੍ਰੈਜ਼ੀਡੈਂਟ ਸੀ। ਇਹਨਾਂ ਦੋਨਾਂ ਦੇ ਖਿਲਾਫ ਸ਼ਿਕਾਇਤ ਆ ਗਈ। ਉਸ ਸ਼ਿਕਾਇਤ ਨੂੰ ਅਸ਼ੋਕ ਲਵਾਸਾ ਸਾਹਿਬ ਨੇ ਕਿਹਾ ਜੀ ਆਪਾਂ ਇਹਨੂੰ ਇੰਟਰਟੇਨ ਕਰੀਏ, ਲੇਕਿਨ 3 ਮੈਂਬਰੀ ਕਮਿਸ਼ਨ ਦੇ ਵਿੱਚੋਂ ਬਾਕੀ ਦੋਵਾਂ ਨੇ ਕਹਿਤਾ ਜੀ ਕੋਈ ਲੋੜ ਨਹੀਂ ਜੀ। ਉਹ ਕਹਿੰਦਾ ਜੀ ਮੇਰਾ ਡੈਸੈਂਟ ਨੋਟ ਹੈ ਜਿਹੜਾ ਉਹ ਲਿਖ ਲਓ ਤੁਸੀਂ, ਮੇਰਾ ਵਿਰੋਧੀ ਨੋਟ ਦਰਜ ਕਰ ਲਓ। ਕਹਿੰਦੇ ਇਹ ਵੀ ਨਹੀਂ ਕਰਨਾ, ਉਹਦਾ ਜੀ ਨਾ ਕਰੋ। ਲੇਕਿਨ ਉਹਨੇ ਆ ਕੇ ਗੱਲ ਬਾਹਰ ਲੀਕ ਕਰਤੀ ਸੀ, ਅਖਬਾਰਾਂ 'ਚ ਉਦੋਂ ਹੀ ਆ ਗਈ ਸੀ। ਮੰਨ ਲਓ ਜੇ ਅਕਾਲੀ ਦਲ ਨੇ ਉਹਦਾ ਵਿਰੋਧ ਕੀਤਾ ਸੀ, ਅਕਾਲੀ ਦਲ ਦੇ ਇੱਕੋ ਇੱਕ ਕੈਬਨਿਟ ਦੇ ਮੈਂਬਰ ਸੀ ਬੀਬਾ ਹਰਸਿਮਰਤ ਕੌਰ ਬਾਦਲ, ਤਾਂ ਇਹ ਚੀਜ਼ ਉਹ ਮੀਡੀਆ 'ਚ ਆ ਕੇ ਕਹਿ ਦਿੰਦੇ ਵੀ ਭਾਈ ਅਸੀਂ ਆ ਕੀਤਾ ਸੀ, ਸਾਡਾ ਮੰਨਿਆ ਨਹੀਂ। ਲੇਕਿਨ ਅਕਾਲੀ ਦਲ ਵਾਲਿਆਂ ਨੇ ਇਕੱਲਾ ਇੱਥੇ ਨਹੀਂ ਕੀਤਾ, ਅਕਾਲੀ ਦਲ ਵਾਲਿਆਂ ਨੇ ਉਹਦੇ ਹੱਕ ਵਿੱਚ ਪ੍ਰਚਾਰ ਪ੍ਰਸਾਰ ਕੀਤਾ ਜੀ। ਬਾਦਲ ਸਾਹਿਬ ਨੂੰ ਅੰਦਰੋਂ ਬੈਠਿਆਂ ਨੂੰ ਉਠਾਇਆ ਬਜ਼ੁਰਗਾਂ। ਪਹਿਲਾਂ ਤੁਸੀਂ ਦੇਖੋ ਕਿ ਬੀਬਾ ਜੀ ਨੇ ਵੀ ਕੀਤਾ, ਸੁਖਬੀਰ ਸਿੰਘ ਬਾਦਲ ਨੇ ਕੀਤਾ, ਵੱਡੇ ਬਾਦਲ ਸਾਹਿਬ ਨੂੰ ਅੰਦਰੋਂ ਪਿਆਂ ਨੂੰ ਉਠਾ ਕੇ ਉਹਨਾਂ ਦੀ ਵੀਡੀਓ ਬਣਾ ਕੇ ਉਹ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ, ਵਗੈਰਾ ਵਗੈਰਾ ਸਾਰਾ ਕੁਛ ਹੋਇਆ। ਉਹ ਤੋਂ ਬਾਅਦ ਜਦੋਂ ਪ੍ਰੋਟੈਸਟ ਹੋਣਾ ਸ਼ੁਰੂ ਹੋ ਗਿਆ, ਕਿਸੇ ਨੂੰ ਉਮੀਦ ਨਹੀਂ ਸੀ, ਇਹ ਕਿਸਾਨ ਆਗੂਆਂ ਨੂੰ ਵੀ ਉਮੀਦ ਨਹੀਂ ਸੀ ਕਿ ਇਸ ਪ੍ਰੋਟੈਸਟ ਨੂੰ ਐਡਾ ਵੱਡਾ ਹੁੰਗਾਰਾ ਮਿਲੂਗਾ, ਕਿਉਂਕਿ ਜਦੋਂ ਕਿਸਾਨਾਂ ਦੇ ਦਿਮਾਗ ਦਾ ਇਹ ਹਿੱਸਾ ਬਣ ਗਿਆ ਕਿ ਕਾਰਪੋਰੇਟ ਜਗਤ ਨੇ ਉਹਨਾਂ ਦੀਆਂ ਜ਼ਮੀਨਾਂ ਖੋਹ ਲੈਣੀਆਂ। ਬਿਲਕੁਲ ਜੀ।
ਪਹਿਲਾਂ ਕੰਟਰੈਕਟ ਜਿਹੜਾ ਹੈਗਾ ਫਾਰਮਿੰਗ ਦੇ ਜ਼ਰੀਏ ਉਹਨਾਂ ਨੇ ਵਿੱਚ ਉਹਦੇ 'ਚ ਪੈਰ ਧਰਾਵਾ ਕਰਨੇ, ਅਤੇ ਜਦੋਂ ਪੈਰ ਧਰਾਵਾ ਆ ਗਿਆ ਹੌਲੀ ਹੌਲੀ ਫਿਰ ਮਤਲਬ ਇਸ ਢੰਗ ਨਾਲ ਲੋਕਾਂ ਦਾ ਕਾਫੀਆ ਤੰਗ ਕਰ ਦੇਣਾ ਕਿ ਉਹ ਆਪਣੀਆਂ ਜ਼ਮੀਨਾਂ ਛੱਡਣ ਲਈ ਮਜਬੂਰ ਹੋ ਜਾਣ, ਜਾਂ ਸਰਕਾਰ ਦੀ ਮਰਜ਼ੀ ਦੇ ਨਾਲ ਉਹਨਾਂ ਨੂੰ ਅਕਵਾਇਰ ਵਗੈਰਾ ਕਰਵਾ ਕੇ ਤੇ ਵੱਡੇ ਵੱਡੇ 5-5 10-10 ਹਜ਼ਾਰ ਰੁਪਏ ਦੇ ਹਜ਼ਾਰ ਜਿਹੜੇ ਏਕੜਾਂ ਦੇ ਫਾਰਮ ਬਣ ਜਾਣ। ਇਹਦੇ ਤੇ ਕਿਸਾਨਾਂ ਨੂੰ ਹੈ ਕਿ ਸਾਡੀਆਂ ਫਸਲਾਂ ਵੀ ਜਾਂਦੀਆਂ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਵੀ ਖਰਾਬ ਜਾਂਦਾ। ਇਸ ਕਰਕੇ ਉਹਨਾਂ ਨੇ ਪ੍ਰੋਟੈਸਟ ਕੀਤਾ। ਇਹ ਚੀਜ਼ ਹਰ ਕਿਸਾਨ ਦੇ ਦਿਮਾਗ ਦਾ ਹਿੱਸਾ ਬਣ ਗਈ। ਕਿਸਾਨ ਚਾਹੇ ਉਹ ਅਕਾਲੀ ਦਲ ਨਾਲ ਸੰਬੰਧਿਤ ਸੀ, ਚਾਹੇ ਉਹ ਕਾਂਗਰਸ ਨਾਲ, ਚਾਹੇ ਉਹ ਆਮ ਆਦਮੀ ਪਾਰਟੀ ਨਾਲ, ਚਾਹੇ ਉਹ ਕਾਮਰੇਡਾਂ ਨਾਲ, ਲਗਭਗ ਸਾਰੇ ਕਿਸਾਨਾਂ ਨੇ ਆਪਣੀਆਂ ਦੁਸ਼ਮਣੀਆਂ ਵਗੈਰਾ ਭੁਲਾ ਕੇ ਤੇ ਅੰਦੋਲਨ ਸ਼ੁਰੂ ਕਰਤਾ ਸੀ। ਉਹ ਅੰਦੋਲਨ ਪੁਰਅਮਨ ਸੀ ਉਦੋਂ ਵੀ ਤੇ ਅੱਜ ਵੀ ਪੁਰਅਮਨ ਹੈ। ਉਦੋਂ ਅੰਦੋਲਨ ਦੇ ਵਾਸਤੇ ਉਹਨਾਂ ਨੇ 2 ਵੱਡੇ ਸੈਂਟਰ ਚੁਣੇ ਜਿੱਥੇ ਉਹਨਾਂ ਨੇ ਕਹਿ ਕੇ ਅਸੀਂ ਵਿਰੋਧ ਕਰੀਏ, ਤੇ 2 ਵੱਡੇ ਲੀਡਰ ਹੈ ਪੰਜਾਬ ਦੇ। ਇੱਕ ਹੈਗੇ ਹੈ ਮੁੱਖ ਮੰਤਰੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਸ਼ਹਿਰ ਪਟਿਆਲਾ ਦੇ ਵਿੱਚ ਉਹਨਾਂ ਨੇ ਧਰਨਾ ਲਾ ਲਿਆ, ਤੇ ਦੂਜਾ ਹੋ ਗਿਆ ਸੀ ਇੱਧਰਲਾ ਇੱਥੇ ਲਾ ਲਿਆ ਸੀ। ਤਾਂ ਜਦੋਂ ਪ੍ਰਚੰਡ ਹੋ ਗਿਆ ਵਿਰੋਧ ਤੇ ਫਿਰ ਪਤਾ ਲੱਗਿਆ ਗੱਲ ਗੜਬੜ ਹੋ ਗਈ। ਇਨ ਦੀ ਮੀਨ ਟਾਈਮ ਸਮਾਂ ਉਹ ਆ ਗਿਆ ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਹੋਣਾ ਸੀ, ਤੇ ਫਿਰ ਇਹਨਾਂ ਨੇ ਕਿਹਾ ਵੀ ਹੁਣ ਵਧੀਆ ਤਰੀਕਾ ਕਰ ਰਹੇ ਵੀ ਆਪਾਂ ਆਪਣਾ ਖਹਿੜਾ ਛੜਾਈਏ। ਬਿੱਲ ਪਾਸ ਹੋ ਗਿਆ ਸੀ ਮੰਤਰੀ ਮੰਡਲ 'ਚੋਂ, ਬਿੱਲ ਪੇਸ਼ ਹੋਣਾ ਸੀ ਪਾਰਲੀਮੈਂਟ 'ਚ। ਬਿੱਲ ਪੇਸ਼ ਹੋਣ ਵੇਲੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਵਿਰੋਧ ਦਰਜ ਕਰਾਉਂਦੇ ਆ ਤੇ ਅਸਤੀਫਾ ਦੇ ਦਿੱਤਾ। ਹੁਣ ਕਿਸਾਨ ਆਗੂ ਇਹ ਗੱਲ ਕਹਿੰਦੇ ਕਿ ਆਰਡੀਨੈਂਸਾਂ ਦੀ ਵੀ ਤੁਸੀਂ ਹਮਾਇਤ ਕਰਤੀ, ਜਿਹੜਾ ਬਿੱਲ ਤਿਆਰ ਹੋਇਆ ਕੈਬਨਿਟ ਦੇ ਵਿੱਚ ਉਹਦੇ ਵਿੱਚ ਵੀ ਤੁਹਾਡੀ ਸ਼ਮੂਲੀਅਤ ਹੈ, ਜਾਂ ਤਾਂ ਤੁਸੀਂ ਪਹਿਲਾਂ ਅਸਤੀਫਾ ਦਿੰਦੇ। ਇਸ ਕਰਕੇ ਉਹ ਵਿਰੋਧ ਕਰਦੇ ਸੀ। ਲੇਕਿਨ ਜਦੋਂ ਅਸਤੀਫਾ ਦੇਤਾ, ਅਸਤੀਫਾ ਦੇਣ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਭੁੱਲ 'ਚ ਸੋਧ ਕਰ ਲਈ। ਇਸ ਕਰਕੇ ਉਹ ਕਹਿੰਦੇ ਵੀ ਇਹਨਾਂ ਦੇ ਖਿਲਾਫ ਵੀ ਸਾਨੂੰ ਇਤਰਾਜ਼ ਨਹੀਂ। ਉਹਨੂੰ ਇਤਰਾਜ਼ ਕਿੱਥੇ ਆ ਗਿਆ? ਕਿਸਾਨ ਆਗੂਆਂ ਨੇ ਕਿਹਾ ਕਿ ਬੀਜੇਪੀ ਦਾ ਵਿਰੋਧ ਕਰਨਾ, ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਨਾ ਹੋ ਜਾਂਦਾ। ਲੇਕਿਨ ਦਾਨੇਵਾਲੀਆ ਸਾਹਿਬ ਇੱਥੇ ਕਈ ਵਾਰੀ ਚੀਜ਼ ਹੁੰਦੀ ਹੈ ਵੀ ਜਿਹੜੇ ਕਿਸਾਨ ਹੈ ਵੈਸੇ ਹੀ ਆਪਣਾ ਪੰਜਾਬੀਆਂ ਦਾ ਇੱਕ ਸੁਭਾਅ ਹੈ, ਆਪਣਾ ਸੁਭਾਅ ਇਹੋ ਜਿਹਾ ਕਿ ਆਪਾਂ ਇੱਕ ਬੜੀ ਕਲਲੀ ਜਿਹੀ ਗੱਲ ਕਰ ਲੈਂਦੇ ਹਾਂ, ਕਿੱਲੀ ਤੋਂ ਹਟਵੀਂ ਗੱਲ ਕਰਦੇ ਹਾਂ। ਅੱਜ ਸਵੇਰੇ ਆਪਣਾ ਰਾਤ ਵਾਲਾ ਪ੍ਰੋਗਰਾਮ ਦੇਖਿਆ, ਮਿਸਟਰ ਹਰਵੀਰ ਸਿੰਘ ਗਰੇਵਾਲ ਹੈ ਸਰੀ ਤੋਂ ਜੀ, ਉਹਨਾਂ ਦਾ ਮੈਨੂੰ ਇੱਕ ਫੋਨ ਆ ਗਿਆ ਤੇ ਉਹਨਾਂ ਨੇ ਮੈਨੂੰ ਇੱਕ ਬੜੀ ਵਧੀਆ ਗੱਲ ਕਹੀ। ਉਹ ਕਹਿੰਦੇ ਯਾਰ ਤੁਸੀਂ ਸਾਰੇ ਪ੍ਰੋਗਰਾਮ ਜਿਹੜੇ ਉਹ ਭਾਰਤ ਬਾਰੇ ਕਰੀ ਜਾਂਦੇ ਹੋ, ਕਦੇ ਕਹਿੰਦਾ ਵੀ ਸਾਡੇ ਬਾਰੇ ਵੀ ਕਰ ਲਿਆ ਕਰੋ ਜੀ। ਮੈਂ ਕਿਹਾ ਤੁਹਾਡੇ ਬਾਰੇ ਅਸੀਂ ਕੀ ਕਰੀਏ? ਤੇ ਉਹਨਾਂ ਨੇ ਮੈਨੂੰ ਬੜੀ ਵਧੀਆ ਗੱਲ ਕਹੀ, ਕਹਿੰਦਾ ਸਾਡੇ ਬਾਰੇ ਤੁਹਾਨੂੰ ਇਸ ਕਰਕੇ ਕਰਨ ਦੀ ਲੋੜ ਹੈ ਕਿ ਅਸੀਂ ਬਾਹਰ ਬੈਠੇ ਸੋਚਦੇ ਹਾਂ ਕਿ ਪੰਜਾਬ 'ਚ ਚੋਣਾਂ ਹੋਣਗੀਆਂ ਤੇ ਪੰਜਾਬ ਦੇ ਵਿੱਚ ਸਿਸਟਮ ਚੇਂਜ ਹੋ ਜੇ। ਅਸੀਂ ਬਾਹਰ ਬੈਠ ਕੇ ਸਿਸਟਮ ਚੇਂਜ ਕਰਦੇ ਹਾਂ। ਕੋਈ ਆਪ ਮਗਰ ਜਾਂਦਾ ਹੈ, ਕੋਈ ਤੁਹਾਡਾ ਹੈਗਾ ਪੀਪਲਜ਼ ਪਾਰਟੀ ਆਫ ਪੰਜਾਬ ਮਗਰ ਜਾਂਦਾ, ਕੋਈ ਅਕਾਲੀ ਦਲ ਮਗਰ ਤੁਰਿਆ ਫਿਰਦਾ, ਕੋਈ ਕਾਂਗਰਸ ਮਗਰ ਤੁਰਿਆ ਫਿਰਦਾ, ਕੋਈ ਨਵਜੋਤ ਸਿੱਧੂ ਚੋਂ ਇਨਕਲਾਬ ਭਾਲਦਾ ਹੈ, ਕੋਈ ਸੁਖਪਾਲ ਸਿੰਘ ਖਹਿਰਾ ਚੋਂ ਭਾਲਦਾ ਸੀ। ਖੈਰ ਹੁਣ ਤਾਂ ਸਾਰਾ ਪਤਾ ਲੱਗ ਹੀ ਗਿਆ ਵੀ ਉਹ ਸਾਰਾ ਕੁਝ ਕਹਿੰਦੇ ਆ ਜੀ। ਮਤਲਬ ਜਿਹੜਾ ਹੈਗਾ ਨਾ ਸਿਸਟਮ ਚੇਂਜ ਕਰਕੇ ਤਬਦੀਲੀ ਬਦਲਾਵ ਹੁੰਦਾ ਹੈ। ਕਹਿੰਦੇ ਵੀ ਅਸੀਂ ਤੁਹਾਡੇ ਦੇਸ਼ ਦੇ ਵਿੱਚ ਤਾਂ ਭਾਵੇਂ ਬਦਲਾਵ ਨਾ ਲਿਆ ਸਕੀਏ, ਪਰ ਜਿੱਥੇ ਅਸੀਂ ਆ ਗਏ ਨਾ ਅਸੀਂ ਇੱਥੇ ਬਦਲਾਅ ਜ਼ਰੂਰ ਲੈ ਆਂਦਾ। ਅੱਛਾ ਜੀ। ਮੈਂ ਕਿਹਾ ਜੀ ਉਹ ਕਿਹੋ ਜਿਹਾ ਬਦਲਾਅ ਲੈ ਆਂਦਾ? ਉਹ ਕਹਿੰਦੇ ਵੀ ਅਸੀਂ ਕੈਲੀਫੋਰਨੀਆ ਤਾਂ ਨਹੀਂ ਬਣਾ ਸਕੇ ਪੰਜਾਬ ਨੂੰ, ਤੇ ਕੈਲੀਫੋਰਨੀਆ ਨੂੰ ਪੰਜਾਬ ਜ਼ਰੂਰ ਬਣਾਤਾ, ਕੈਨੇਡਾ ਨੂੰ ਪੰਜਾਬ ਜ਼ਰੂਰ ਬਣਾਤਾ। ਜਿੱਥੇ ਜਿੱਥੇ ਅਸੀਂ ਬੈਠੇ ਅਸੀਂ ਕਹਿੰਦੇ ਡਰੱਗਸ ਦੀ ਗੱਲ, ਹੁਣ ਸਾਡੇ ਪ੍ਰਵਾਸੀ ਭਰਾ ਕਹਿੰਦੇ ਪੰਜਾਬ ਦੇ ਵਿੱਚ ਡਰੱਗਸ ਬੜੀ ਹੈ, ਤੇ ਡਰੱਗਸ ਦਾ ਕਹਿੰਦਾ ਮਾਲ ਕਿੱਡਾ ਵੱਡਾ ਚੱਲੀ ਜਾਂਦਾ। ਤੁਹਾਡੇ ਸਾਡੇ ਤੁਸੀਂ ਦੇਖੋ ਵੀ ਜਿੰਨੀਆਂ ਰੇਡਾਂ ਵੱਜਦੀਆਂ, ਜਿੰਨੇ ਬੰਦੇ ਫੜੀ ਦੇ ਸਾਰੇ ਪੰਜਾਬੀ ਹੈ। ਇੱਕੋ ਨੇ ਜੀ ਅੱਗੇ ਮੈਕਸੀਕਨ ਜਾਂ ਕਾਲੇ ਫੜੀ ਦੇ ਸੀ। ਹੋਰ ਵੀ ਉਹਨੇ ਗੱਲ ਦੱਸ ਗਿਆ ਕਿ ਜਿਹੜੇ ਬੰਦੇ ਆਮ ਆਦਮੀ ਪਾਰਟੀ ਦੇ ਇਨਕਲਾਬ ਦਾ ਝੰਡਾ ਚੱਕੀ ਫਿਰਦੇ ਸੀ, ਉਹਨਾਂ ਬੰਦਿਆਂ ਦੇ ਕਹਿੰਦੇ ਵੀ ਆ ਕੇ ਤੁਸੀਂ ਦੇਖੋ ਸਹੀ ਇੱਥੇ ਕੀ ਕੁਛ ਹੁੰਦਾ। ਅਗਲੇ ਦਿਨਾਂ ਦੇ ਵਿੱਚ ਕੋੜਾ ਵੱਡਾ ਇੰਕਸ਼ਾਫ ਹੋਣ ਵਾਲਾ, ਆਪਾਂ ਉਹ ਵੀ ਕਰਾਂਗੇ। ਅੱਛਾ ਜੀ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਡਾ ਇੱਕ ਪੰਜਾਬੀ ਕਰੈਕਟਰ ਹੈ ਕਿ ਅਸੀਂ ਟੇਢਾ ਘੋਟਣਾ ਉਡਾਉਣਾ ਹੀ ਉਡਾਉਣਾ ਜੀ। ਗੱਲ ਜਦੋਂ ਸਿੱਧੀ ਹੋਵੇ ਅਸੀਂ ਆਪਣਾ ਪ੍ਰੋਟੈਸਟ, ਹਾਲਾਂਕਿ ਤੁਸੀਂ ਇਹ ਦੇਖੋ ਕਿ ਕਿਸਾਨ ਆਗੂ ਜਿੱਥੇ ਡਿਸਪਲਿਨ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਆ, ਬਾਰਡਰਾਂ ਤੇ ਕਰ ਰਹੇ, ਬਹੁਤ ਵਧੀਆ ਪ੍ਰੋਟੈਸਟ ਚੱਲਦਾ ਔਰ ਸਾਰੀ ਦੁਨੀਆ ਉਹਨਾਂ ਨੂੰ ਆਸ਼ੀਸ਼ ਕਰਦੀ ਹੈ ਕਿ ਬਹੁਤ ਵਧੀਆ ਅੰਦੋਲਨ ਹੈ। ਲੇਕਿਨ ਪੰਜਾਬ ਦੇ ਪਿੰਡਾਂ 'ਚ ਕੀ ਹੁੰਦਾ? ਪੰਜਾਬ ਦੇ ਹੁਣ ਮੈਂ ਦੇਖਿਆ ਜੀ ਨਿਹਾਲ ਸਿੰਘ ਵਾਲੇ ਉਹ ਆਮ ਆਦਮੀ ਪਾਰਟੀ ਦਾ ਹੀ ਗਿਆ, ਉਹ MLA, ਹਾਂਜੀ, ਉਹਦੀ ਵੀ ਟਾਪ ਲਵਾਤੀ, ਕਹਿੰਦੇ ਉਹਦਾ ਗਵਰਨਰ ਅਸੀਂ ਚੈੱਕ ਕਰ ਲਿਆ। ਹੁਣ ਗੱਲ ਤਾਂ ਇਹ ਹੋ ਗਈ ਵੀ ਅਸਲ ਦੇ ਵਿੱਚ ਵਿਰੋਧ ਦੇ ਵਿੱਚੋਂ ਮੈਨੂੰ ਤਾਂ ਇਹ ਗੱਲ ਹੋ ਗਈ ਵੀ ਤੂੰ ਕੀਤਾ ਸਾਡੀ ਪਾਰਟੀ ਦਾ ਵਿਰੋਧ, ਹੁਣ ਕਰਾਂਗੇ ਤੇਰੀ ਪਾਰਟੀ ਦਾ ਵਿਰੋਧ। ਉਹ ਕਹਿੰਦਾ ਪਿੰਡਾਂ ਦੇ ਵਿੱਚ ਵਿਰੋਧ ਦੇ ਨਾਂ ਦੇ ਉੱਤੇ ਵੀ ਹੁਣ ਰਾਜਨੀਤੀ ਹੋ ਰਹੀ ਹੈ। ਨਹੀਂ ਹੁਣ ਇੱਕ ਨਵਾਂ ਸ਼ਬਦ ਵੀ ਕੱਢ ਲਿਆ, ਇਹਦਾ ਇੰਜਨ ਕਰਨਾ। ਆਹੋ ਇੰਜਨ ਕਰਨਾ ਜਾਂ ਗਵਰਨਰ ਖੋਲਣਾ। ਹਾਂ ਉਹ ਇੰਜਨ ਕਰਨ ਵਾਲੀ ਗੱਲ, ਉਹ ਕਹਿੰਦੇ ਹਰੇਕ ਦਾ ਇੰਜਨ ਕਰਦੇ। ਹੁਣ ਇੰਜਨ ਕਰਨ ਵਾਲੇ ਬੰਦੇ ਕੌਣ ਹੈ? ਮੈਂ ਉਹਨਾਂ ਨੂੰ ਦੇ ਵਿੱਚੋਂ ਮੈਂ ਬਹੁਤ ਗਿਣਤੀ ਲੋਕਾਂ ਨੂੰ ਕਿਸਾਨ ਨਹੀਂ ਮੰਨਦਾ। ਕਿਸਾਨੀ ਦੇ ਨਾਂ ਤੇ ਕਿਸਾਨ ਕੁਛ ਹੋ ਜਾਂਦੇ, ਕੁਛ ਕਿਸਾਨ ਆ ਜਾਂਦੇ, ਲੇਕਿਨ ਬਹੁਤ ਗਿਣਤੀ ਬੰਦੇ ਜਿਹੜੇ ਉਹਦੇ ਵਿੱਚ ਜ਼ਿਆਦਾ ਨਾ, ਇਹਦੇ ਚ ਉਹ ਆ ਜਿਹੜੇ ਪਿੰਡਾਂ ਦੇ ਵਿੱਚ ਇੱਕ ਆਮ ਤੌਰ ਦੇ ਉੱਤੇ ਜਿਹੜੇ ਹੁੰਦੇ ਨਾ, ਜਿਹੜੇ ਉਹ ਤੁਖਣੀ ਲਾਉਣ ਵਾਲੇ ਬੰਦੇ ਕਿ ਆਪਾਂ ਅੱਗ ਲਾਓ ਤੇ ਡੱਬੂ ਕੰਧ ਤੇ, ਉਹ ਲੋਕ ਹੈ ਉਹ ਆ ਕੇ ਹਰੇਕ ਦਾ ਘਰਾਓ ਕਰਦੇ ਆ। ਹੁਣ ਇਹ ਕੱਲ ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਬੜਾ ਵਿਚਾਰ ਕੀਤਾ। 2 ਵੱਡੇ ਲੀਡਰ ਹੈ ਜੀ। ਜੇ ਆਪਾਂ ਦੇਖੀਏ ਕਿਸਾਨ ਯੂਨੀਅਨ ਉਗਰਾਹਾਂ ਜਿਹੜੀ ਹੈ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਉਹ ਹੈ, ਡਿਸਪਲਿਨ ਉਹਨਾਂ ਦਾ ਪੂਰਾ ਹੈ। ਤੇ ਜੇ ਆਪਾਂ ਸਿਆਣਪ ਦੇ ਲਿਹਾਜ਼ ਨਾਲ ਦੇਖੀ ਤਾਂ ਸਿਆਣਪ ਦੇ ਲਿਹਾਜ਼ ਨਾਲ ਆਪਾਂ ਦੇ ਕੋਲੇ ਪੜ੍ਹੇ ਲਿਖੇ ਬੰਦੇ ਜਿਹੜੇ ਹਰ ਚੀਜ਼ ਦਾ ਨਫਾ ਨੁਕਸਾਨ ਜਾਣਦੇ ਆ, ਉਹ 2 ਬੰਦੇ ਹੈ।
ਇੱਕ ਹੈ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਤੇ ਦੂਜੇ ਹੈਗੇ ਡਾਕਟਰ ਦਰਸ਼ਨਪਾਲ। ਡਾਕਟਰ ਦਰਸ਼ਨਪਾਲ ਇੱਕ ਸਪੋਕਸਮੈਨ ਦੇ ਤੌਰ ਤੇ ਵੀ ਕੰਮ ਕਰਦੇ ਆ ਸੰਯੁਕਤ ਕਿਸਾਨ ਮੋਰਚੇ। ਜੀ ਕੱਲ ਦੋਨਾਂ ਨੇ ਆਪੋ ਆਪਣੀ ਇੰਟਰਵਿਊ ਦਿੱਤੀ ਔਰ ਇੰਟਰਵਿਊ ਜਿਹੜੀ ਹੈਗੀ ਉਹਨਾਂ ਨੇ ਰਿਕਾਰਡ ਕਰਾ ਕੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਸਿਰਫ ਤੇ ਸਿਰਫ ਬੀਜੇਪੀ ਦੇ ਆਗੂਆਂ ਦਾ ਵਿਰੋਧ ਕਰੋ, ਹੋਰ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਵਿਰੋਧ ਨਾ ਕੀਤਾ ਜਾਵੇ ਜੀ। ਅਗਲੀ ਗੱਲ ਉਹਨਾਂ ਨੇ ਕਹੀ ਹੈ ਕਿ ਜੇ ਅਸੀਂ ਹਰੇਕ ਦਾ ਵਿਰੋਧ ਕਰਾਂਗੇ ਤਾਂ ਇਹਦਾ ਮਤਲਬ ਹੈ ਕਿ ਅਸੀਂ ਬੀਜੇਪੀ ਨੂੰ ਮਜ਼ਬੂਤ ਕਰਾਂਗੇ ਜੀ। ਬੀਜੇਪੀ ਦਾ ਵਿਰੋਧ ਕਿਉਂ ਕਰਦੇ ਹਾਂ? ਬੀਜੇਪੀ ਦਾ ਵਿਰੋਧ ਆਪਾਂ ਇਹ ਕਰਦੇ ਹਾਂ ਕਿ ਬੀਜੇਪੀ ਦੇ ਜਿਹੜਾ ਕਾਡਰ ਹੈ, ਬੀਜੇਪੀ ਦੀ ਜਿਹੜੇ ਵਰਕਰ ਹੈ, ਜਿਹੜੀ ਉਹਦੀ ਲੀਡਰਸ਼ਿਪ ਹੈ, ਉਹਨਾਂ ਨੂੰ ਥੋੜਾ ਜਿਹਾ ਸੇਕ ਲੱਗੇ ਤੇ ਉਹ ਆਪਣੀ ਕੌਮੀ ਲੀਡਰਸ਼ਿਪ ਨੂੰ ਕਹਿਣ ਕਿ ਕਾਨੂੰਨ ਬੜੇ ਲੱਲੇ ਜੀ। ਜਿੰਨਾ ਕੁ ਸੇਕ ਉਹਨਾਂ ਨੂੰ ਲੱਗਦਾ ਹੈ, ਜਿੰਨਾ ਕੁ ਉਹਨਾਂ ਦਾ ਨੁਕਸਾਨ ਹੁੰਦਾ ਪਿੰਡਾਂ 'ਚ ਨਾ ਜਾਣ ਦਾ, ਜਿੱਥੇ ਆਪਣੇ ਹਲਕਿਆਂ ਦੇ ਵਿੱਚ ਨਾ ਜਾਣ ਦਾ। ਤੇ ਜੇ ਤੁਸੀਂ ਸਾਰਿਆਂ ਦਾ ਵਿਰੋਧ ਕਰੀ ਜਾਓਗੇ, ਉਹਨਾਂ ਦੂਜਿਆਂ ਦਾ ਕਰ ਦਿਓਗੇ, ਇੱਕੋ ਜਿਹੇ ਰਹਿ ਗਏ ਫਿਰ ਉਹਨਾਂ ਦਾ ਫਾਇਦਾ ਹੋ ਗਿਆ ਨਾ, ਇਹਨਾਂ ਦਾ ਨੁਕਸਾਨ ਕਰਕੇ। ਸੋ ਉਹਨਾਂ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਤੁਸੀਂ ਆਪਣਾ ਜਿਹੜਾ ਹਿਸਾਬ ਕਿਤਾਬ ਆ ਭਾਈ ਇੱਥੇ ਕਿ ਜੇ ਰੱਖੋ, ਬਾਹਲਾ ਕਿਸੇ ਦਾ ਵਿਰੋਧ ਨਾ ਕਰੋ, ਆਪਾਂ ਨੂੰ ਇਹ ਕੰਮ ਮਹਿੰਗਾ ਪੈਂਦਾ ਹੈ ਜੀ। ਜਨਰਲੀ ਸਾਹਿਬ ਮੇਰਾ ਆਪਦਾ ਇੱਕ ਜਾਤੀ ਤਜਰਬਾ ਅਸੀਂ ਦੇਖਿਆ, ਤੁਸੀਂ ਦੇਖੋ ਕਿ ਜਦੋਂ ਵੀ ਕੋਈ ਨਵੀਂ ਮੂਵਮੈਂਟ ਸ਼ੁਰੂ ਹੁੰਦੀ ਹੈ ਨਾ, ਨਵੀਂ ਮੂਵਮੈਂਟ 'ਚ ਬੜੀ ਅਜੀਬ ਕਿਸਮ ਦੇ ਬੰਦੇ ਆ ਜਾਂਦੇ ਜੀ। ਤੁਸੀਂ ਮੈਂ 2-3 ਬੰਦਿਆਂ ਦਾ ਨਾਂ ਲੈ ਕੇ ਕਹੂੰਗਾ, ਚਲੋ ਕੋਈ ਆਪਣਾ ਇਹਦਾ ਗੁੱਸਾ ਨਾ ਕਰੇ। ਸਰਦਾਰ ਬਲਵੰਤ ਸਿੰਘ ਰਾਮੂਵਾਲੀ ਨੇ ਆਪਣੀ ਪਾਰਟੀ ਬਣਾਈ ਸੀ ਲੋਕ ਭਲਾਈ ਪਾਰਟੀ। ਲੋਕ ਭਲਾਈ ਪਾਰਟੀ ਵੱਲੋਂ ਉਹ ਇਲੈਕਸ਼ਨ ਵੀ ਲੜਦੇ ਰਹੇ। ਇੱਕ ਵਾਰੀ ਉਹਨਾਂ ਦਾ ਮੁਕਾਬਲਾ ਬਣਿਆ ਸੀ ਬਹੁਤ ਗਹਿ ਗੱਚ ਲੁਧਿਆਣੇ ਤੇ, ਉਹ ਤੋਂ ਬਾਅਦ ਉਹਨਾਂ ਦਾ ਕਦੇ ਮੁਕਾਬਲਾ ਨਹੀਂ ਬਣਿਆ ਜੀ। ਉਹ ਮੇਲਿਆਂ ਦੇ ਉੱਤੇ ਵੱਡੀਆਂ ਵੱਡੀਆਂ ਕਾਨਫਰੰਸਾਂ ਕਰਦੇ, ਪੱਤਰਕਾਰਾਂ ਨੂੰ ਉਚੇਚੇ ਤੌਰ ਤੇ ਬੁਲਾਉਂਦੇ, ਦਿਖਾਉਂਦੇ ਵੀ ਵੇਖੋ ਕਿੰਨਾ ਇਕੱਠ ਹੋ ਗਿਆ। ਤੇ ਪ੍ਰਾਈਵੇਟ ਗੱਲਬਾਤ ਦੇ ਵਿੱਚ ਉਹ ਕਹਿੰਦੇ ਇਕੱਠ ਤਾਂ ਬਹੁਤ ਹੋ ਜਾਂਦਾ, ਪਰ ਕਹਿੰਦੇ ਵੋਟਾਂ ਨਹੀਂ ਪੈਂਦੀਆਂ। ਕੁਲਦੀਪ ਮਾਨਕ ਵੀ ਇਹੀ ਕਹਿੰਦਾ ਮੇਰੀਆਂ ਕਿੱਧਰ ਤੁਸੀਂ ਕੁਲਦੀਪ ਮਾਨਕ ਕਾਮਰੇਡਾਂ ਦੀ ਹਾਲਤ ਕੀ ਹੁੰਦੀ ਸੀ, ਪਿੰਡਾਂ 'ਚ ਡਰਾਮੇ ਕਰ ਦਿੰਦੇ ਸੀ। ਬੇਲੀ ਜਨਤਾ ਸ਼ਾਮ ਨੂੰ ਜਾ ਕੇ ਕੀ ਕਹਿੰਦੇ ਬਹਿ ਜਾਂਦੇ, ਹਾਂ ਬਹਿ ਜਾਂਦੇ ਤੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਆ ਗਏ ਤੇ ਜ਼ਮਾਨਤ ਹਰ ਥਾਂ ਤੋਂ ਜ਼ਬਤ ਹੋ ਜਾਂਦੀ ਸੀ ਇੱਕ ਅੱਧੀ ਸੀਟ ਨੂੰ ਸੁਣ ਕੇ। ਇਵੇਂ ਜਿਵੇਂ ਤੁਸੀਂ ਦੇਖੋ ਜਗਮੀਤ ਸਿੰਘ ਬਰਾੜ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ 1992 'ਚ ਜੀ। ਬੇਅੰਤ ਸਿੰਘ ਹੋਰਾਂ ਨਾਲ ਉਹਨਾਂ ਦੇ ਮਤਭੇਦ ਆ ਗਏ। ਉਹਨਾਂ ਨੇ ਉਸ ਵੇਲੇ ਇੱਕ ਆਪਣਾ ਅਲੱਗ ਪਲੇਟਫਾਰਮ ਬਣਾ ਲਿਆ ਸੀ, ਲੋਕ ਯੁੱਧ ਮੋਰਚਾ ਜੀ। ਤੇ ਲੋਕ ਯੁੱਧ ਮੋਰਚੇ ਦੇ ਵਿੱਚ ਮਤਲਬ ਤੁਸੀਂ ਇਹ ਦੇਖੋ ਵੀ ਕਿੰਨੇ ਲੋਕ ਹੁੰਦੇ ਸੀ, ਐਂ ਲੱਗਦਾ ਸੀ ਵੀ ਸਾਰਾ ਕੁਛ ਹੀ ਜਗਮੀਤ ਸਿੰਘ ਬਰਾੜ ਦੇ ਨਾਲ ਤੁਰਿਆ ਫਿਰਦਾ। ਬਿਲਕੁਲ ਬੰਦੇ ਉਹੀ ਜਿਹੜੇ ਹੈਗੇ ਲੁਧਿਆਣੇ ਹੁੰਦੇ ਸੀ, ਉਹੀ ਫਰੀਦਕੋਟ ਤੇ 3 ਗਰੁੱਪ ਹੁੰਦੇ, ਉਹੀ ਬੰਦੇ ਅੱਗੇ ਉਹੀ ਬਠਿੰਡੇ ਹੁੰਦੇ ਸੀ। ਔਰ ਬਾਅਦ ਦੇ ਵਿੱਚ ਦੇਖਿਆ ਜਗਮੀਤ ਸਿੰਘ ਬਰਾੜ ਨੇ ਵੀ ਇੰਡੀਪੈਂਡੈਂਟ ਖੜੇ ਹੋ ਕੇ ਦੇਖਿਆ ਤੇ ਉਹ ਇੱਕ ਵਾਰੀ ਗੱਲਾਂ ਕਰਨ ਲੱਗੇ ਵੀ ਕੀ ਆਪਣੇ ਨਾਲ ਲੋਕ ਕਿੰਨੇ ਕੁ ਹੈ। ਮੈਨੂੰ ਕਿਸੇ ਸੱਜਣ ਨੇ ਪੁੱਛ ਲਿਆ ਵੀ ਤੇਰਾ ਕੀ ਵਿਚਾਰ ਹੈ, ਮੈਂ ਕਿਹਾ ਵੀ ਆਪਣੇ ਨਾਲ ਲੋਕ ਬਹੁਤ ਹੈ, ਪਰ ਇਹਨਾਂ ਦੇ ਘਰ ਦੇ ਵੀ ਇਹਨਾਂ ਨੂੰ ਵੋਟ ਨਹੀਂ ਪਾਉਂਦੇ। ਇਹ ਸਾਰੇ MLA ਵੀ ਬਣਨੇ ਚਾਹੁੰਦੇ, MP ਵੀ ਬਣਨਾ ਚਾਹੁੰਦੇ ਆ, ਕਾਉਂਸਲਰ ਵੀ ਬਣਨਾ ਚਾਹੁੰਦੇ ਆ, ਸਰਪੰਚ ਵੀ ਬਣਨਾ ਚਾਹੁੰਦੇ ਆ, ਲੇਕਿਨ ਆਪਦੇ ਘਰ ਦੇ ਵੀ ਵੋਟਾਂ ਨਹੀਂ ਪਾਉਂਦੇ ਜੀ। ਹੁਣ ਤੁਸੀਂ ਇਸ ਵੇਲੇ ਅਕਾਲੀ ਦਲ ਦੀਆਂ ਲੈ ਲਓ, ਅਕਾਲੀ ਦਲ ਦੀਆਂ ਬਹੁਤ ਵੱਡੀਆਂ ਰੈਲੀਆਂ ਹੁੰਦੀਆਂ ਜੀ। ਮੈਨੂੰ ਬਹੁਤ ਸਾਰੇ ਬੰਦਿਆਂ ਨੇ ਪੁੱਛਿਆ, ਕਹਿੰਦੇ ਜੀ ਰੈਲੀਆਂ ਬਹੁਤ ਵੱਡੀਆਂ ਹੁੰਦੀਆਂ। ਮੈਂ ਕਿਹਾ ਰੈਲੀਆਂ 'ਚ ਬੰਦੇ ਦੇਖਿਆ ਕਰੋ, ਉਹੀ ਫਾਰਚੂਨਰ ਗੱਡੀਆਂ, ਉਹੀ ਕੁੜਤੇ ਪਜਾਮੇ, ਉਹੀ ਬੰਦੇ, ਉਹੀ ਸਾਰੇ ਥਾਵਾਂ ਤੋਂ ਆ ਜਾਂਦੇ। ਮਤਲਬ ਹੁਣ ਤੁਸੀਂ ਇੱਕ ਦੇਖੋ, ਕੱਲ ਪਰਸੋਂ ਇੱਕ ਗਿੱਦੜਬਾਹਾ ਰੈਲੀ ਹੋਈ ਜੀ। ਬਿਲਕੁਲ ਗਿੱਦੜਬਾਹਾ ਵਾਲੀ ਰੈਲੀ ਦੇ ਵਿੱਚ ਦੇਖੋ ਡਿੰਪੀ ਢਿੱਲੋਂ ਨੂੰ ਕੋਈ ਚੁਣੌਤੀ ਹੈ ਨਹੀਂ। ਕੈਂਡੀਡੇਟ ਹੀ ਡਿਕਲੇਅਰ ਕਰਨਾ, ਕੈਂਡੀਡੇਟ ਤੁਹਾਨੂੰ ਭਾਵੇਂ ਕੁਛ ਕਰੇ ਨਾ ਕਰੇ, ਘਰੋਂ ਬੈਠੇ ਨੂੰ ਹੋਰ ਉਹਨਾਂ ਕੋਲ ਕੈਂਡੀਡੇਟ ਹੀ ਕੋਈ ਕੈਂਡੀਡੇਟ ਹੀ ਹੈ ਨਹੀਂ। ਹੁਣ ਉਹ ਕੈਂਡੀਡੇਟ ਬਣਨ ਤੋਂ ਪਹਿਲਾਂ ਮਤਲਬ ਜਿਹੜੀ ਉਹਨਾਂ ਨੇ ਇੱਥੇ ਇਕੱਠ ਕੀਤਾ, ਉਹਨੇ ਜੀ ਪੂਰਾ ਬੰਦੇ ਪਾਸੇ ਵੀ ਸੱਦੇ, ਆਪਦੇ ਹਲਕੇ 'ਚੋਂ ਵੀ ਸੱਦੇ, ਬਾਹਰੋਂ ਵੀ ਸੱਦੇ, ਦਿਖਾਇਆ। ਉਹ ਇਕੱਠ ਕਰਨ ਦਾ ਮਤਲਬ ਇਹ ਸੀਗਾ ਜੀ ਹਾਂ ਦੇਖੋ ਇੰਨੇ ਲੋਕ ਨਾਲ ਹੈ। ਸੁਖਬੀਰ ਸਿੰਘ ਬਾਦਲ ਨੇ ਉਹਦਾ ਹਲਕਾ ਇੰਚਾਰਜ ਡਿਕਲੇਅਰ ਕਰਤਾ, ਉਹਦੀ ਟਿਕਟ ਡਿਕਲੇਅਰ ਕਰਤੀ, ਪਰ ਉਹ ਇਕੱਠ ਕਰਨ ਦਾ ਕੀ ਮਤਲਬ ਉਹਨੂੰ ਨਹੀਂ ਫਾਇਦਾ ਹੋਣਾ। ਉਹ ਫਾਇਦਾ ਦਿਖਾਉਣਾ ਹੈ ਕਿ ਜੀ ਸਾਡੇ ਹੱਕ ਦੇ ਵਿੱਚ ਇੱਕ ਲੋਕ ਮੁਹਿੰਮ ਸ਼ੁਰੂ ਹੋ ਗਈ। ਅਸਲ ਦੇ ਵਿੱਚ ਇਹ ਦੇਖਾਂਗੇ ਰਿਜ਼ਲਟ ਆਉਣ ਵੇਲੇ ਵੀ ਕੀ ਆਉਂਦਾ। ਇਵੇਂ ਜਿਵੇਂ ਇਹ ਸਾਰਾ ਕੁਛ ਹੈ ਨਾ, ਕਿਉਂਕਿ ਬਹੁਤ ਸਾਰਾ ਜਿਹੜਾ ਵਿਰੋਧ ਹੁੰਦਾ ਥੱਲੇ, ਉਹ ਵਿਰੋਧ ਇਸ ਕਰਕੇ ਨਹੀਂ ਹੁੰਦਾ ਕਿ ਉਹ ਆਪਣੀਆਂ ਡਿਮਾਂਡਸ ਕਰਾਉਣਗੇ। ਉਹ ਜਿਹੜੇ ਉਹ ਬੰਦੇ ਆ ਨਾ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਜਿਨ੍ਹਾਂ ਦਾ ਕੋਈ ਲਾਗਾ ਨਹੀਂ ਦੇਗਾ ਨਹੀਂ, ਉਹੀ ਹੈ ਬਿਨਾਂ ਬਸ ਉਹ ਮੋਟਰਸਾਈਕਲ ਫਸਾ ਲਿਆ 2 ਬੰਦਿਆਂ ਨੇ ਅੱਗੇ, ਅਗਲਾ ਸਿਆਣਾ ਬੰਦਾ ਕਹਿੰਦਾ ਛੱਡ ਯਾਰ ਕਿਉਂ ਬਸ ਜੀ। ਇੱਕ ਵੀ ਕਿਸੇ ਕਿਸਾਨ ਯੂਨੀਅਨ ਦਾ ਝੰਡਾ ਲੈ ਲਓ, ਉਹ ਝੰਡਾ ਲੈ ਕੇ ਤੁਸੀਂ ਲਾ ਕੇ ਮੂਹਰੇ ਤੇ ਉਧਰੋਂ ਮਤਲਬ ਇੱਕ ਆਪਣਾ ਰੱਸੀ ਬੰਨ੍ਹ ਦਿਓ, ਇਧਰਲੀ ਕਿੱਕਰ ਤੋਂ ਲੈ ਕੇ ਇਧਰਲੀ ਕਿੱਕਰ ਨਾਲ ਬੰਨ੍ਹ ਦਿਓ, ਬੰਦ ਹੈ ਤੇ ਲੋਕ ਆਪਣੇ ਆਪ ਹੀ ਰਾਹ ਬਦਲ ਲੈਂਦੇ। ਕੋਈ ਬੰਦ ਕਰੇ ਨਾ ਕਰੇ, ਝੰਡਾ ਚਾਹੀਦਾ। ਹੁਣ ਤਾਂ ਹੋਰ ਪੁਲਿਸ ਵਾਸਤੇ ਇੱਕ ਬੜੀ ਪ੍ਰੋਬਲਮ ਆਈ ਵੀ ਅਨਸੋਸ਼ਲ ਐਲੀਮੈਂਟ ਹੈ, ਜਿਹੜੇ ਨਸ਼ੇ ਪੱਤੇ ਦਾ ਕੰਮ ਕਰਨ ਵਾਲੇ, ਉਹ ਵੀ ਝੰਡੇ ਲਾ ਕੇ ਤੁਰੇ ਫਿਰਦੇ ਆ। ਇੱਥੇ ਬਠਿੰਡੇ ਦੇਖ ਲਓ, ਹੁਣ ਜਦੋਂ ਦੇ ਆਈਲੈਟ ਸੈਂਟਰ ਖੁੱਲੇ ਢਿੱਲੋਂ ਸਾਹਿਬ, ਉਹੀ ਲੰਡੀਰ ਜਿਹੜੀ ਹੈਗੀ ਆ ਕੁੜੀਆਂ ਨੂੰ ਛੇੜਨ ਵਾਲੀ, 5 ਜਾਣੇ ਗੱਡੀ 'ਚ ਬੈਠੇ, ਅੱਗੇ ਝੰਡਾ ਲੱਗਿਆ, ਮੂਹਰੇ ਝੰਡਾ ਲੱਗਿਆ ਹੋਇਆ। ਹੁਣ ਜੇ ਉਹਨੂੰ ਮਾੜਾ ਜਿਹਾ ਪੁਲਿਸ ਵਾਲੇ ਹੱਥ ਪਾਉਂਦੇ ਤੇ ਨਵਾਂ ਕ੍ਰਾਈਸਿਸ ਖੜਾ ਹੋ ਜਾਂਦਾ। ਉਹਨਾਂ ਨੇ ਕਿਸੇ ਨੇ ਇਹ ਤਾਂ ਪਤਾ ਨਹੀਂ, ਥੱਲੇ ਲੀਡਰਸ਼ਿਪ ਨੂੰ ਤਾਂ ਪਤਾ ਨਹੀਂ ਲੱਗਣਾ ਵੀ ਕਿਉਂ ਕੀਤਾ। ਉਹ ਕਹਿੰਦੇ ਜੀ ਆ ਦੇਖੋ ਆਪਣੀ ਗੱਡੀ ਰੋਕ ਲਈ। ਉਹ ਕਹਿੰਦੇ ਚੰਗਾ ਫਿਰ ਐਂ ਕਰੋ ਵੀ ਇੱਥੇ ਮੋਰਚਾ ਆਪਾਂ ਇੱਥੇ ਕੱਢ ਦਿਓ, ਆ ਕਿ ਮੋਰਚਾ ਕੱਢਣ ਵਾਲੀ ਗੱਲ ਹੈ। ਸੋ ਇਹ ਕਿਸਾਨ ਯੂਨੀਅਨਾਂ ਦਾ ਫੈਸਲਾ ਠੀਕ ਹੈ,
ਉਹਨਾਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਫੈਸਲੇ ਉਹਨਾਂ ਫੈਸਲਿਆਂ ਦੇ ਮੁਤਾਬਿਕ ਚੱਲਣਾ ਚਾਹੀਦਾ, ਪਰ ਚੈੱਕ ਵੀ ਰੱਖਣਾ ਜ਼ਰੂਰੀ ਹੈ। ਇਕੱਲਾ ਇਹੀ ਨਹੀਂ, ਉੱਥੋਂ ਉਹਨਾਂ ਨੇ ਭਾਵੇਂ ਬੇਨਤੀ ਕਰਤੀ ਜਿੱਥੇ ਇਸ ਕਿਸਮ ਦਾ ਵਿਰੋਧ ਆਉਂਦਾ ਉੱਥੇ ਚੈੱਕ ਰੱਖਣਾ ਵੀ ਜ਼ਰੂਰੀ ਹੈ। ਜੇ ਕੋਈ ਅਵੱਗਿਆ ਕਰਦਾ ਆਪਦਾ ਬੰਦਾ ਅਵੱਗਿਆ ਕਰਦਾ ਉਹਦੇ ਖਿਲਾਫ ਡਿਸਪਲਿਨਰੀ ਕਾਰਵਾਈ ਕਰੋ। ਜੇ ਯੂਨੀਅਨ ਨੂੰ ਬਦਨਾਮ ਕਰਨ ਵਾਸਤੇ ਕੋਈ ਹੋਰ ਬੰਦਾ ਕਰਦਾ ਤਾਂ ਉਹਨੂੰ ਸਜ਼ਾ ਦਿਓ। ਬਿਲਕੁਲ ਬਿਲਕੁਲ ਢਿੱਲੋਂ ਸਾਹਿਬ। ਤੇ ਜਿਵੇਂ ਮੈਂ ਇੱਥੇ ਗੱਲ ਕੀਤੀ ਵੀ ਇਕੱਠਾਂ 'ਚੋਂ ਕੁਛ ਨਹੀਂ ਨਿਕਲਦਾ, ਗੱਲਾਂ 'ਚੋਂ ਹੋਰ ਨਿਕਲਦਾ, ਪਰ ਜੇਕਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਆਪਾਂ ਰੂਪ ਰੇਖਾ ਜੀ ਦੇਖੀਏ, ਉੱਥੇ ਜੋ ਲੋਕਾਂ ਨੇ ਫਤਵਾ ਦਿੱਤਾ ਹੈ, ਹੁਣ ਇਹਦੇ ਫਤਵੇ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਮਨਜੀਤ ਸਿੰਘ ਜੀਕੇ ਜਿਹੜੇ ਨੇ ਉਹ ਬਿਲਕੁਲ ਹੀ ਹਾਸ਼ੀਏ ਚਲੇ ਗਏ ਨੇ। ਸਰ ਨੇ ਥੋੜ੍ਹਾ ਜਿਹਾ ਸਾਹ ਪੀਂਦੇ ਰਹਿ ਗਏ। ਪ੍ਰਧਾਨ ਜੀ ਹਾਰ ਗਏ, ਪਰ ਉਹਨਾਂ ਨੂੰ ਪ੍ਰਧਾਨ ਵੀ ਲਾਤਾ। ਨਹੀਂ ਲਾਇਆ ਨਹੀਂ ਹਾਲੇ, ਕੋਈ ਗੱਲ ਤਾਂ ਲਾ ਹੀ ਦਿੱਤਾ, ਐਲਾਨ ਕਰਤਾ। ਪਰ ਉਹ ਐਲਾਨ ਕਈ ਵਾਰੀ ਦਾਨੇ ਵਾਲੀਆਂ ਸਭ ਬੜੇ ਹੁੰਦੇ ਹੈ, ਪਰ ਜਦੋਂ ਐਲਾਨਾਂ ਦੇ ਉੱਤੇ ਅਮਲ ਹੁੰਦਾ ਹੈ ਉਦੋਂ ਪਤਾ ਲੱਗਦਾ। ਹੁਣ ਕਈ ਥਾਵਾਂ ਦੇ ਉੱਤੇ ਆਪਾਂ ਦੇਖਿਆ ਕਿ ਐਲਾਨ ਤਾਂ ਹੁਣ ਹੋਈ ਜਾਂਦੇ ਜੀ। ਆਮ ਤੌਰ ਦੇ ਉੱਤੇ ਕੈਂਡੀਡੇਟ ਤਾਂ ਹੁਣ ਡਿਕਲੇਅਰ ਕਰਨੇ ਸ਼ੁਰੂ ਕੀਤੇ। ਹਲਕਾ ਇੰਚਾਰਜ ਤਾਂ ਬੜੇ ਚਿਰਾਂ ਦੇ ਲਾਏ ਵੇ ਜੀ, ਪਰ ਉਹ ਹਲਕਾ ਇੰਚਾਰਜ ਵਿਚਾਰੇ ਕੰਮ ਕਰਦੇ ਰਹਿ ਜਾਂਦੇ ਤੇ ਮੁੜ ਕੇ ਮੇਥੀ ਕੋਈ ਮੁਸ਼ਕਿਲ ਤੋਂ ਹੋਰ ਲੈ ਜਾਂਦਾ। ਇਹ ਗੱਲ ਵੀ ਹੁੰਦੀ ਹੈ। ਅਸਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਤੀਜੀ ਚੋਣ ਹੈ ਜੀ। ਇਹ ਤੀਜੀ ਚੋਣ ਹੈ ਜਿਹੜੀ ਅਕਾਲੀ ਦਲ ਬਾਦਲ ਨੇ ਜਿੱਤੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਔਰ ਪਿਛਲੀ ਵਾਰੀ ਇਹ ਚੋਣ ਜਦੋਂ ਜਿੱਤੀ ਸੀ ਉਸ ਵੇਲੇ ਜਿੱਤੀ ਸੀਗੀ ਮਨਜੀਤ ਸਿੰਘ ਜੀਕੇ ਦੀ ਅਗਵਾਈ ਦੇ ਵਿੱਚ। ਮਨਜੀਤ ਸਿੰਘ ਜੀਕੇ ਨੇ ਉਦੋਂ ਹੌਸਲਾ ਕੀਤਾ ਸੀ ਜੀ। ਉਹਨੇ ਕਹਿਤਾ ਸੀ ਜੀ ਤੁਹਾਨੂੰ ਇੱਥੇ ਆਉਣ ਦੀ ਲੋੜ ਕੋਈ ਨਹੀਂ। ਬਾਦਲ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਜੀ, ਆਪਾਂ ਨੂੰ ਵੀ ਉਹਦਾ ਸੇਕ ਲੱਗਿਆ, ਅਕਾਲੀ ਦਲ ਨੂੰ, ਖਾਸ ਕਰਕੇ ਬਾਦਲ ਪਰਿਵਾਰ ਨੂੰ, ਕਿ ਹੁਕੂਮਤ ਤੁਹਾਡੀ ਸੀ, ਤੁਸੀਂ ਦੋਸ਼ੀਆਂ ਨੂੰ ਫੜ ਕਿਉਂ ਨਹੀਂ ਸਕੇ, ਜਾਂ ਕੀ ਤੁਹਾਡੀ ਦੋਸ਼ੀਆਂ ਨੂੰ ਸਰਪ੍ਰਸਤੀ ਸੀ, ਇਸ ਕਰਕੇ ਲੋਕਾਂ ਦਾ ਆਪਣੇ ਖਿਲਾਫ ਗਿਲਾ ਹੈ ਤੇ ਤੁਸੀਂ ਨਾ ਇੱਥੇ ਆਏ ਹੋ ਜੀ। ਉਦੋਂ ਵੀ ਦਿੱਲੀ ਦੇ ਵਿੱਚ ਉਹਨਾਂ ਨੇ ਨਾ ਕੋਈ ਤਸਵੀਰ ਵਰਤੀ ਸੀ, ਨਾ ਕੋਈ ਪੋਸਟਰ ਲਾਇਆ ਸੀ, ਤੇ ਨਾ ਹੀ ਕੋਈ ਮਾਟੋ ਲਾਇਆ ਸੀ, ਨਾ ਹੀ ਕੋਈ ਹੋਰਡਿੰਗ ਲਾਇਆ ਸੀ, ਤੇ ਨਾ ਹੀ ਬਾਦਲ ਪਰਿਵਾਰ ਦਾ ਕੋਈ ਉੱਥੇ ਬੰਦਾ ਗਿਆ ਸੀ। ਲੇਕਿਨ ਇਹਨਾਂ ਦੇ ਵਰਕਰ ਗਏ ਸੀ। ਵਰਕਰ ਉਦੋਂ ਵੀ ਗਏ ਸੀ ਤੇ ਵਰਕਰ ਹੁਣ ਵੀ ਗਏ ਸੀ ਜੀ। ਜੇ ਕੋਈ ਚੀਜ਼ ਬਦਲੀ ਹੈ ਤਾਂ ਬਦਲਿਆ ਕੀ ਹੈ ਵੀ ਉਦੋਂ ਚਿਹਰਾ ਮਨਜੀਤ ਸਿੰਘ ਜੀਕੇ ਸੀ ਤੇ ਹੁਣ ਚਿਹਰਾ ਜਿਹੜਾ ਹੈਗਾ ਉਹ ਸੀ ਮਨਜਿੰਦਰ ਸਿੰਘ ਸਿਰਸਾ। ਜੀਕੇ ਪ੍ਰੈਜ਼ੀਡੈਂਟ ਬਣ ਗਿਆ। ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਕਿਉਂਕਿ ਪਾਵਰਫੁਲ ਬਹੁਤ ਹੋ ਗਿਆ ਸੀ ਤੇ ਜੀਕੇ ਦੇ ਕੋਲੇ ਇੱਕ ਵਿਰਾਸਤ ਆ ਆਪਣੇ ਬਾਪ ਦੀ ਜੀ, ਜਥੇਦਾਰ ਸੰਤੋਖ ਸਿੰਘ ਹੋਰਾਂ ਦੀ। ਜਥੇਦਾਰ ਸੰਤੋਖ ਸਿੰਘ ਹੋਰਾਂ ਨੇ ਬਹੁਤ ਕੰਮ ਕੀਤਾ ਸੀ ਉੱਥੇ। ਉਹਨਾਂ ਦਾ ਅੱਜ ਵੀ ਉੱਥੇ ਨਾਂ ਹੈਗਾ ਦਿੱਲੀ ਦੀ ਪੋਲੀਟਿਕਸ ਦੇ ਵਿੱਚ, ਸਿੱਖ ਪੋਲੀਟਿਕਸ ਦੇ ਵਿੱਚ ਖਾਸ ਕਰਕੇ। ਇੱਧਰੋਂ ਆਪਣੇ ਜਦੋਂ ਲੱਗ ਗਿਆ ਪਤਾ, ਆਪਣੇ ਭਾਈਚਾਰੇ ਨੂੰ, ਪਰਿਵਾਰ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਬੰਦਾ ਸਿਰ ਕੱਢ ਗਿਆ, ਕਾਹਦੇ ਦਾ ਵਾਵਾ ਹੋ ਗਿਆ, ਤੇ ਕੱਲ ਨੂੰ ਕੋਈ ਪ੍ਰੋਬਲਮ ਨਾ ਕ੍ਰੀਏਟ ਕਰ ਦੇ। ਤੇ ਫਿਰ ਜੀਕੇ ਨਾਲ ਜੋ ਕੁਛ ਬਾਹਰਲੇ ਪਾਸੇ ਹੋਇਆ ਸੀ, ਕੈਨੇਡਾ 'ਚ ਹੀ ਹੋਇਆ ਸੀ ਜੀ, ਉਹ ਵੀ ਆਪਾਂ ਜਾਣਦੇ ਹਾਂ। ਤੇ ਜਿਹੜੇ ਸੱਜਣ ਨਾਲ ਗਏ ਸੀ ਉਹਨਾਂ ਨੇ ਮੂੰਹ ਪਰੇ ਨੂੰ ਕਰ ਲਏ ਸੀ ਤੇ ਸਰਵਿਸ ਉਹਨਾਂ ਦੀ ਹੋ ਗਈ ਸੀ, ਜਿਹਨੇ ਉੱਥੇ ਕਰਤਾ ਸੀ। ਜੀ ਜੀ, ਉਹ ਵੀ ਕਹਿੰਦੇ ਕਰਵਾਇਆ ਗਿਆ ਸੀ, ਇੰਜਨ ਕਰਵਾਤਾ ਸੀ। ਇੱਥੇ ਉਹਨਾਂ ਨੂੰ ਕਹਿੰਦੇ ਜੀ ਤੁਹਾਡੇ ਤੇ ਕਰਪਸ਼ਨ ਦੇ ਇਲਜ਼ਾਮ ਹੈ ਤੇ ਤੁਹਾਨੂੰ ਲਾਤਾ। ਤੇ ਉਹਨਾਂ ਦਾ ਜਨਰਲ ਸੈਕਟਰੀ ਸੀ ਜਿਹੜਾ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੂੰ ਆਲੇ ਨਾਲ ਬਣਾਤਾ। ਹੁਣ ਉੱਥੇ ਕੀ ਹੋਇਆ ਕਿ ਚੋਣਾਂ ਫੇਰ ਆ ਗਈਆਂ। ਸਿਰਸੇ ਨੇ ਉਹੀ ਕੁਛ ਕੀਤਾ ਜੀ, ਰਹਿਣ ਦਿਓ, ਕੋਈ ਪੋਸਟ ਨਹੀਂ, ਕੋਈ ਲੈਣ ਨਹੀਂ, ਦੇਣ ਨਹੀਂ, ਕੱਖ ਨਹੀਂ, ਕਹਿੰਦਾ ਆਓ ਵੀ ਨਾ, ਤੁਸੀਂ ਆਓ ਵੀ ਨਾ, ਸਾਰਾ ਕੁਛ ਕਰ ਲਿਆ ਆਪਣੇ ਬਲਬੂਤੇ। ਉਹਨੇ ਸਾਰਾ ਕੁਛ ਇੱਥੇ ਜਿੱਤ ਲਿਆ। ਜਿੱਤਣ ਤੋਂ ਬਾਅਦ ਕੱਲ ਜਦੋਂ ਆਪ ਭਾਵੇਂ ਹਾਰ ਗਿਆ ਤੇ ਉਹ ਜਿੱਤਿਆ ਕਿਉਂ, ਇਹਦੇ ਕਈ ਕਾਰਨ ਨੇ। ਪਹਿਲੀ ਗੱਲ ਤਾਂ ਕਈ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ ਕਿ ਕੋਈ ਭਾਵੇਂ ਅੰਦਰੋਂ ਕਰੇ ਬੰਦਾ ਤੇ ਚਾਹੇ ਕਰੇ ਦਿਖਾਵੇ ਦੇ ਤੌਰ ਤੇ ਚਾਹੇ ਕਰੇ ਰੀਅਲ। ਇੱਕ ਤਾਂ ਕੋਵਿਡ-19 ਦੇ ਦੌਰਾਨ ਜਿਹੜਾ ਉੱਥੇ ਕੰਮ ਕੀਤਾ ਉਹਨਾਂ ਨੇ, ਲੰਗਰ ਲਾਏ ਆ, ਸਾਰਾ ਕੁਛ ਕੀਤਾ, ਆਕਸੀਜਨ ਵਾਲਾ ਸਾਰਾ ਕੰਮ ਕੀਤਾ ਕਰਾਇਆ, ਇਸ ਗੱਲ ਨੇ ਉਹਨਾਂ ਨੂੰ ਬੈਨੀਫਿਟ ਦਿੱਤਾ ਜੀ। ਉਹ ਤੋਂ ਪਹਿਲਾਂ ਵੀ ਆਪਾਂ ਜਾਣਦੇ ਹਾਂ ਕਿ ਜਿੱਥੇ ਗੁਰੂ ਘਰ ਹੈਗਾ, ਗੁਰੂ ਘਰ ਵਾਲਿਆਂ ਨੇ ਲੰਗਰ ਲੋੜਵੰਦਾਂ ਨੂੰ ਵਰਤਾਉਣਾ। ਫਿਰ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਆਪਣਾ ਮੋਰਚਾ ਲੱਗਿਆ ਹੋਇਆ ਸਿੰਘੂ ਦਾ ਤੇ ਟਿਕਰੀ ਦਾ, ਉੱਥੇ ਵੀ ਇਹਨਾਂ ਨੇ ਮਸ਼ੀਨਾਂ ਵੀ ਭੇਜਤੀਆਂ, ਰੋਟੀ ਬਣਾਉਣ ਵਾਲੀਆਂ, ਤੇ ਸਾਰਾ ਕੁਛ ਕਰਾ ਕੇ ਉੱਥੇ ਆਪਣਾ ਉਹ ਵੀ ਕੀਤਾ, ਦਵਾਈ ਬੂਟ ਵੀ ਭੇਜੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਨਜਿੰਦਰ ਸਿੰਘ ਸਿਰਸਾ ਕਿਤੇ ਵੀ ਫੜਦੇ ਸੀ, ਚਾਹੇ MLA ਤਾਂ ਬੀਜੇਪੀ ਦਾ ਸੀਗਾ, ਉੱਤਰਾਖੰਡ ਚ ਉਹਦਾ ਕਿਤੇ ਵੀ ਜਾਂਦਾ, ਉੱਥੇ ਜਾ ਕੇ ਜਿਹੜੀ ਉਹ ਬੱਲੇ ਬੱਲੇ ਹੋ ਜਾਂਦੀ, ਉਹ ਬੱਲੇ ਬੱਲੇ ਜਿਹੜੀ ਹੁੰਦੀ ਸੀ, ਉੱਥੇ ਕੋਈ ਚਿਹਰਾ ਦਿਖਦਾ ਹੁੰਦਾ ਕਿ ਮਨਜਿੰਦਰ ਸਿੰਘ ਸਿਰਸਾ। ਉਹਨੂੰ ਕਵਰ ਵੀ ਕਰਵਾਇਆ ਜਾਂਦਾ ਸੀ, ਬੱਲੇ ਉਹਨੂੰ ਫੜ ਵੀ ਲਿਆ ਜਾਂਦਾ ਸੀ, ਬਿਠਾ ਵੀ ਲਿਆ ਜਾਂਦਾ ਸੀ, ਤੇ ਉਹਨੂੰ ਥਾਣੇ 'ਚ ਲਿਆ ਕੇ ਮਤਲਬ ਬਾਇਜ਼ਤ ਜਿਹੜਾ ਹੈਗਾ ਬਿਠਾਇਆ ਵੀ ਜਾਂਦਾ, ਚਾਹ ਪਾਣੀ ਜਲ ਪਾਣੀ ਵੀ ਛਕਾਇਆ ਜਾਂਦਾ। ਤੇ ਫਿਰ ਉਹਨੂੰ ਕਹਿੰਦਾ ਤੁਸੀਂ ਜਾਓ ਤੇ ਲੋਕਾਂ ਨੂੰ ਭਾਵੇਂ ਬੰਦ ਕਰ ਦਿੰਦੇ ਸੀ। ਫਿਰ ਉਹ ਅਗਲਾ ਕੰਮ ਸ਼ੁਰੂ ਕਰ ਦਿੰਦੇ ਕਿ ਲਿਆਓ ਜੀ ਅਸੀਂ ਤੁਹਾਡੀਆਂ ਜ਼ਮਾਨਤਾਂ ਕਰਾਉਣੇ, ਪੈਰਵੀ ਕਰਦੇ ਹਾਂ, ਕਿਉਂਕਿ ਜੇ ਲੋਕਲ ਬੈਠੇ ਜੇਲ੍ਹ ਦੇ ਵਿੱਚ ਪਤਾ ਲੱਗ ਜਾਂਦਾ। ਜ਼ਮਾਨਤ ਭਾਵੇਂ ਕਿਸਾਨ ਮੋਰਚੇ ਦੇ ਵਕੀਲ ਕਰਵਾ ਦਿੰਦੇ, ਕਿਸਾਨ ਮੋਰਚੇ ਦੇ ਵਕੀਲਾਂ ਨੇ ਜ਼ਮਾਨਤ ਕਰਵਾਈ ਤੇ ਉਹ ਆਪੋ ਆਪਣੇ ਘਰਾਂ ਨੂੰ ਚਲੇ ਗਏ। ਔਰ ਉਦੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਦਾ ਜ਼ਮਾਨਤਨਾਮਾ ਭਰਤਾ
ਜਾਂ ਬੇਲ ਬਾਉਂਡ ਭਰਤਾ, ਬੇਲ ਬਾਉਂਡ ਭਰ ਕੇ ਉਹ ਆਪਣੇ ਘਰੇ ਚਲੇ ਗਏ, ਛੱਡ ਦੇਣਗੇ ਆਪੇ, ਉਹਨਾਂ ਦੇ ਵਾਰਸ ਲੈ ਆਉਣਗੇ। ਤੇ ਮਨਜਿੰਦਰ ਸਿੰਘ ਸਿਰਸਾ ਫਿਰ ਉੱਥੇ ਪਹੁੰਚ ਜਾਂਦਾ, ਆਓ ਜੀ ਮੈਂ ਤੁਹਾਨੂੰ ਲੈ ਕੇ ਆਵਾਂ, ਤੇ ਉਹਨਾਂ ਨੇ ਜੀ ਲੈ ਕੇ ਤੇ ਆਪਣਾ ਬਿਠਾ ਕੇ ਗੱਡੀ ਦੇ ਵਿੱਚ ਲੈ ਕੇ ਤੇ ਇਹ ਲੈ ਆਂਦਾ। ਇਹ ਜਿਹੜੀ ਪਬਲਿਸਿਟੀ ਹੋਈ ਚੰਗੀ ਵੀ ਹੋਈ, ਜਿਹੜਾ ਕੰਮ ਕੀਤਾ ਉਹ ਵੀ ਹੋਈ, ਤੇ ਵਿਖਾਵੇ ਵਾਲੀ ਵੀ ਹੋਈ। ਉਹਨੇ ਮਤਲਬ ਜਿਹੜਾ ਕਾਫੀ ਵੱਡਾ ਉੱਥੇ ਯੋਗਦਾਨ ਪਾਇਆ ਜੀ। ਦੂਜੀ ਗੱਲ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ, ਤੁਸੀਂ ਜੀਕੇ ਹੋਰਾਂ ਦੀ ਗੱਲ ਕੀਤੀ ਹੈ ਕਿ ਜੀਕੇ ਹੋਰੀ ਜਿਹੜੇ ਹੈਗੇ ਆ ਉਹਨਾਂ ਦੀ ਪਰਫਾਰਮੈਂਸ ਕੋਈ ਬਹੁਤੀ ਚੰਗੀ ਨਹੀਂ, ਇਕੱਲੀ ਜਿੱਤੇ ਮੇਰੇ ਕੋਲ 2 ਜਿੱਤੇ, 2 ਸੀਟਾਂ ਜਿੱਤੇ। ਦੂਜੇ 14 ਲੈ ਗਏ ਸਰ ਨੇ ਕਿ, ਹਾਂ 14 ਸਰ ਨੇ ਕੇ ਲੈ ਗਏ। ਇੱਕ ਮੇਰਾ ਖਿਆਲ ਹੈ ਭਾਈ ਰਣਜੀਤ ਸੋਰੀ ਲੈ ਗਏ। ਇੱਕ ਤਲਵਿੰਦਰ ਸਿੰਘ ਮਰਵਾਹਾ ਜਿਹੜਾ ਇੰਡੀਪੈਂਡੈਂਟ ਜਿੱਤ ਗਿਆ, ਲੇਕਿਨ ਉਹਦੀ ਇੰਡੀਪੈਂਡੈਂਟ ਦੀ ਮਦਦ ਇਹਨਾਂ ਨੇ ਕੀਤੀ ਹੈ, ਭਾਈ ਰਣਜੀਤ ਸਿੰਘ ਹੋਰਾਂ ਨੇ ਤੇ ਸਰ ਨੇ ਹੋਰਾਂ ਨੇ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਭਾਈ ਰਣਜੀਤ ਸਿੰਘ ਤੇ ਸਰ ਨੇ ਕੇ ਮਿਲ ਕੇ ਇਲੈਕਸ਼ਨ ਲੜ ਸਕਦੇ ਹੈ, ਉਸ ਫਰੰਟ ਦੇ ਵਿੱਚ ਜੀਕੇ ਸਾਹਿਬ ਕਿਉਂ ਨਾ ਆਏ? ਇਹ ਵੀ ਗੱਲ ਹੈ, ਕਿਉਂਕਿ ਵੋਟ ਜਿਹੜੀ ਹੈਗੀ ਆ ਉਹ ਵੰਡੀ ਗਈ। ਜੇ ਜੀਕੇ ਸਾਹਿਬ 660 ਵੋਟਾਂ ਤੋਂ ਉੱਪਰ ਜਿੱਤਦੇ ਆ, 666 ਕਿ 660 ਵੋਟਾਂ ਤੇ ਉਹ ਜਿੱਤਦੇ ਆ, ਉਹਨਾਂ ਦੇ ਕੈਂਡੀਡੇਟਸ ਨੇ ਵੋਟਾਂ ਦਾ ਹੋਰ ਥਾਵਾਂ ਤੇ ਵੀ ਲਈਆਂ ਹੋਣਗੀਆਂ, ਤੇ ਕਈ ਥਾਵਾਂ ਤੇ ਤੁਸੀਂ ਉਹਨਾਂ ਦੇ ਦੇਖ ਲਓ ਕਿ ਫਰਕ ਬੜਾ ਥੋੜਾ ਹੈ ਜੀ। ਦੂਜੀ ਗੱਲ ਜਿਹੜੀ ਮੇਰੀ, ਮੈਂ ਦਿੱਲੀ ਦੇ ਸੋਰਸਸ ਰਾਹੀਂ ਗੱਲ ਕੀਤੀ, ਉਹ ਕਹਿੰਦੇ ਵੀ ਅਸਲ ਦੇ ਵਿੱਚ ਜਦੋਂ ਵੋਟਾਂ ਬਣਾਉਣ ਦਾ ਟਾਈਮ ਸੀ ਜੀ, ਇਹ ਆਪਦਾ ਆਰਾਮ ਨਾਲ ਪੈ ਗਏ ਕਿ ਸਿੱਖ ਜਗਤ ਨੇ ਜੀ ਸਾਨੂੰ ਵੋਟਾਂ ਪਾ ਦੇਣੀਆਂ, ਲੋਕਾਂ ਦਾ ਵਿੱਚ ਬਾਦਲਾਂ ਦਾ ਵਿਰੋਧ ਹੈ, ਇਹਨਾਂ ਨੇ ਆਪਣੀਆਂ ਵੋਟਾਂ ਬਣਾਈਆਂ ਨਹੀਂ, ਤੇ ਜਿਹੜਾ ਸਿਰਸਾ ਸਾਹਿਬ ਨੇ ਆਪਣੀਆਂ ਥੋਕ 'ਚ ਵੋਟਾਂ ਬਣਵਾਈਆਂ ਜੀ। ਆਪਦੇ ਵਾਲੇ ਪਾਸੇ ਭਾਵੇਂ ਉਹਨੂੰ ਮਾਰ ਪੈ ਗਈ ਹੈ, ਤੇ ਜ਼ੋਰ ਸਾਰਾ ਕਿੱਥੇ ਲਾਇਆ ਕਿ ਹਰਵਿੰਦਰ ਸਿੰਘ ਸਰਨਾ ਨਾ ਹਰ ਜੇ, ਉੱਥੇ ਜ਼ੋਰ ਲਾਦਾ ਜਿੰਨਾ ਜ਼ੋਰ ਸਰਨੇ ਤੇ ਲੱਗਿਆ ਸੀ। ਜੇ ਸਾਰੀਆਂ ਸੀਟਾਂ ਤੇ ਉਹਨਾਂ ਜ਼ੋਰ ਲੱਗਿਆ ਹੁੰਦਾ ਤਾਂ ਉਹ ਵੀ ਸੀ। ਫਿਰ ਕਈ ਕੈਂਡੀਡੇਟ ਜਿਹੜੇ ਹੈਗੇ ਪਿਛਲੇ ਸਮੇਂ, ਜਿਹੜੀ ਪਿਛਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ, ਉਹ ਇਸ ਦੁਨੀਆ 'ਚ ਨਹੀਂ ਰਹੇ, ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਦੇ ਬੱਚੇ ਆ ਗਏ, ਤੇ ਕੁਦਰਤੀ ਤੌਰ ਦੇ ਉੱਤੇ ਹਮਦਰਦੀ ਵੀ ਹੁੰਦੀ ਹੈ, ਉਹ ਹੈ। ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ ਲੋਕ ਸਾਰੀ ਚੋਣ ਮੁਹਿੰਮ ਦੇ ਵਿੱਚ ਗਏ ਨਹੀਂ ਜਾਂ ਜਿਨ੍ਹਾਂ ਨੂੰ ਜਾਣ ਨਹੀਂ ਦਿੱਤਾ, ਤੇ ਕੱਲ ਤੁਸੀਂ ਫਿਰ ਇਹ ਦੇਖੋ ਵੀ ਜਦੋਂ ਰਿਜ਼ਲਟ ਡਿਕਲੇਅਰ ਹੋ ਗਏ ਤੇ ਪ੍ਰਧਾਨ ਜੀ ਪਹੁੰਚ ਗਏ ਜੀ, ਫਿਰ ਉੱਥੇ ਪ੍ਰਧਾਨ ਜੀ ਨੇ ਪਹੁੰਚ ਕੇ ਜਾ ਕੇ ਕਹਿਤਾ ਜੀ ਲੋਕਾਂ ਨੇ ਸਾਡੇ ਹੱਕ ਦੇ ਵਿੱਚ ਫਤਵਾ ਦੇ ਦਿੱਤਾ, ਤੇ ਨਾਲ ਹੀ ਪ੍ਰਧਾਨ ਜੀ ਨੇ ਐਲਾਨ ਕਰਤਾ ਕਿਉਂਕਿ ਸਰਨਾ ਸਾਹਿਬ ਤੋਂ ਹਰਵਿੰਦਰ ਸਿੰਘ ਸਰਨਾ ਦੇ ਹੱਥੋਂ ਹਾਰ ਗਏ ਆਪਣੇ ਸਿਰਸਾ ਸਾਹਿਬ, ਤੇ ਪ੍ਰਧਾਨ ਜੀ ਨੇ ਕਹਿਤਾ ਜੀ ਇਹ ਹੁਣ ਅਸੀਂ ਇਹਨਾਂ ਨੂੰ ਨੋਮੀਨੇਟ ਵੀ ਕਰ ਲਿਆ, ਹਾਲਾਂਕਿ ਨੋਮੀਨੇਟ ਹੋ ਹੀ ਨਹੀਂ ਸਕਦਾ ਅਜੇ ਤੱਕ, ਤਾਂ ਇਲੈਕਸ਼ਨ ਹੋਈ ਹੈ ਜੀ। ਇਲੈਕਸ਼ਨ ਦੇ ਵਿੱਚ ਜਿਹੜੇ ਬੰਦੇ ਜਿੱਤੇ ਆ ਉਹ ਨੋਟੀਫਿਕੇਸ਼ਨ ਹੋਣਾ ਹੈ, ਪ੍ਰੋਸੈਸ ਹੋਣਾ ਹੈ। ਨੋਟੀਫਿਕੇਸ਼ਨ ਤੋਂ ਬਾਅਦ ਫਿਰ ਕੀ ਹੈ ਜੀ ਕਿ 15 ਬੰਦਿਆਂ ਦੇ ਮਗਰ ਇੱਕ ਬੰਦੇ ਨੇ ਨੋਮੀਨੇਟ ਹੋਣੇ, ਇਹਨਾਂ ਦੇ ਕੋਲ 27 ਬੰਦੇ ਹੈ, ਔਰ ਉਹਨਾਂ ਦੇ ਵਿੱਚ ਹੁਣ ਜਿਹੜੇ ਇੱਕ ਨੋਮੀਨੇਟ ਹੋਣਾ, ਨੋਮੀਨੇਟ ਹੋਣ ਤੋਂ ਬਾਅਦ ਬਣਨਾ, ਨੋਮੀਨੇਟ ਹੋਣਾ ਕਿਹਨੇ ਤੇ ਕਿਹਨੇ ਨਹੀਂ ਹੋਣਾ, ਇਹ ਫੈਸਲਾ, ਇਹ ਐਲਾਨ ਤਾਂ ਕਰ ਦਿੱਤਾ ਪ੍ਰਧਾਨ ਜੀ ਨੇ। ਹੁਣ ਉੱਥੇ ਸ਼ਾਇਦ 2 ਕਰਨੇ ਪੈਣ ਜੀ, ਤੇ ਉਹਦੇ 'ਚ ਕਹਿੰਦੇ ਇੱਕ ਗੱਲ ਨਵੀਂ ਵੀ ਆ ਗਈ। ਨਵੀਂ ਇਹ ਆ ਗਈ ਕਿ ਜਿਹੜੇ ਆਪਣਾ ਜਿਹੜਾ ਨੋਮੀਨੇਟ ਕਰਨੇ ਆ 2 ਬੰਦੇ, ਉਹਨਾਂ ਨੋਮੀਨੇਟ ਕਰਨ ਵਾਲਿਆਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਸਿਰਸਾ ਸਾਹਿਬ ਹੋਊਗਾ, ਤੇ ਇੱਕ ਇਹਨਾਂ ਨੇ ਸ਼ਾਇਦ ਕੋਈ ਹੋਰ ਕਰਨਾ, ਜਿਹੜਾ ਬੰਦਾ ਹੋਰ ਕਰਨਾ ਉਹਦੇ ਵਾਸਤੇ ਬੰਦੇ ਚਾਹੀਦੇ। ਤੇ ਫਿਰ ਖਬਰਾਂ ਇਹ ਵੀ ਆ ਗਈਆਂ ਸੀ ਕਿ ਇਹਨਾਂ ਨੇ ਇੱਕ ਅੱਧਾ ਬੰਦਾ ਦੂਜੇ ਪਾਸਿਓਂ ਤੋੜਨੇ। ਮੈਂ ਪਰਮਜੀਤ ਸਿੰਘ ਸਰਨਾ ਹੋਰਾਂ ਦਾ ਇੱਕ ਬਿਆਨ ਪੜ੍ਹ ਕੇ ਹਟਿਆ ਹੁਣੀ ਜੀ। ਪਰਮਜੀਤ ਸਿੰਘ ਸਰਨਾ ਹੋਰਾਂ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਜੇ ਮੇਰੇ ਕਿਸੇ ਬੰਦੇ ਨੇ ਅਕਾਲੀ ਦਲ ਬਾਦਲ ਦੀ ਹਮਾਇਤ ਕਰਤੀ ਤਾਂ ਮੈਂ ਖੁਦਕੁਸ਼ੀ ਕਰ ਲੂੰਗਾ। ਅੱਛਾ, ਅਸੀਂ ਉਧਰ ਉਹਨਾਂ ਦੀ ਹਮਾਇਤ ਨਹੀਂ ਕਰਨੀ। ਹੁਣ ਦੂਜੀ ਗੱਲ ਇਹ ਰਹੇਗੀ ਕਿ ਭਾਵੇਂ ਪ੍ਰਧਾਨ ਜੀ ਨੇ ਐਲਾਨ ਕਰਤਾ, ਉਹ ਨੋਮੀਨੇਟ ਵੀ ਕਰ ਦੇਣ, ਮੈਂਬਰ ਵੀ ਬਣਾ ਦੇਣ, ਪਰ ਪ੍ਰਧਾਨ ਬਣ ਜਾਣਗੇ। ਦੇਖੋ ਇੱਕ ਵੱਡਾ ਨਾ ਉਹੀ ਚੀਜ਼, ਜਿਹੜੀ ਚੀਜ਼ ਦਾ ਇਲਜ਼ਾਮ ਲਾ ਕੇ ਮਿਸਟਰ ਜੀਕੇ ਨੂੰ ਲਾਇਆ ਸੀ, ਗੱਲ ਤਾਂ ਉਹੀ ਹੈ। ਜੀਕੇ ਦੇ ਖਿਲਾਫ ਇਹ ਇਲਜ਼ਾਮ ਸੀ ਕਿ ਜੀ ਗੋਲਕ ਖਾ ਗਿਆ, ਤੇ ਇਧਰ ਤਾਂ ਪਰਚਾ ਦਰਜ ਹੋ ਗਿਆ, ਹਾਂ, ਲੁੱਕ ਆਊਟ ਸਰਕੂਲਰ ਵੀ ਜਾਰੀ ਹੋ ਗਿਆ, ਹਾਂ। ਉਹ ਕਹਿ ਸਕਦੇ ਲਓ ਜੀ ਤੁਸੀਂ ਮੈਂਬਰ ਗਏ ਹੋ ਬਣ, ਤੁਸੀਂ ਮੈਂਬਰ ਜਿੱਤੇ ਹੋਏ ਨਹੀਂ, ਨੋਮੀਨੇਟਡ ਹੋ, ਤੇ ਪ੍ਰਧਾਨ ਜੀ ਆਪਾਂ ਦੋਸ਼ ਮੁਕਤ ਹੋ ਜਾਈਏ। ਜਿੱਦਾਂ ਤੁਸੀਂ ਦੋਸ਼ ਮੁਕਤ ਹੋ ਗਏ ਤੇ ਉਦੋਂ ਆਪਾਂ ਪ੍ਰਧਾਨ ਤੁਹਾਨੂੰ ਬਣਾ ਦੇਂਗੇ, ਹੁਣ ਤੁਸੀਂ ਰਹਿਣ ਦਿਓ। ਹਰਮੀਤ ਸਿੰਘ ਕਾਲਕਾ ਜੀ, ਉਹ ਵੀ ਜਨਰਲ ਸੈਕਟਰੀ ਸੀ ਪਿਛਲੀ ਵਾਰੀ ਜੀ, ਕਿਉਂਕਿ ਉਹਦਾ ਕੱਦ ਜੀ ਓਡਾ ਹੈ ਨਹੀਂ ਜਿੰਨਾ ਸਿਰਸਾ ਸਾਹਿਬ ਦਾ ਹੋ ਗਿਆ। ਤੇ ਕਹਿੰਦੇ ਜੀ ਸਿਰਸਾ ਸਾਹਿਬ ਵਾਲੀ ਤਾਂ ਗੱਲ ਇੱਕ ਹੋਰ ਵੀ ਹੋ ਗਈ, ਤੇ ਕਹਿੰਦੇ ਪੰਜਾਬ ਦੀਆਂ ਟਿਕਟਾਂ ਵੀ ਦੇਣ ਲੱਗੇ ਸੀ ਜੀ। ਆ ਮਲੋਟ ਦਾ ਮੈਨੂੰ ਕੋਈ ਦੱਸਿਆ ਸੀ ਕਿ ਮਲੋਟ ਉੱਥੇ ਕੋਈ ਬੀਬੀ ਖੜੀ ਹੋਈ ਸੀ, ਅੱਛਾ ਜੀ, ਕੋਈ ਉਹਨਾਂ ਦੇ ਵੋਟਾਂ ਦੀ ਲੋੜ ਸੀ, ਤੇ ਇੱਧਰ ਕੋਈ ਗਵਾਈਆਂ ਦੇ ਕੇ ਅਕਾਲੀ ਦਲ ਦਾ ਬੰਦਾ ਜਿਹੜਾ ਹੈਗਾ ਉਹ ਕੈਦ ਕਰਾਏ ਆ ਮੁੰਡੇ, ਅੱਛਾ ਜੀ, ਗਵਾਈਆਂ ਦੇ ਉੱਥੇ ਬੰਦੇ, ਉਹ ਕਹਿੰਦੇ ਤਿਆਰੀ ਕਰ ਲਓ ਤੁਹਾਨੂੰ ਮਲੋਟ ਤੋਂ ਅਸੀਂ ਰਿਜ਼ਰਵ ਸੀਟਾਂ ਤੇ ਟਿਕਟ ਦਵਾ ਦਿਆਂਗੇ। ਉਹਨਾਂ ਨੂੰ ਪਤਾ ਲੱਗ ਗਿਆ, ਉਹ ਸੁਖਬੀਰ ਸਿੰਘ ਦੇ ਗੱਲ ਪੈ ਗਏ, ਉਹ ਕਹਿੰਦੇ ਜੀ ਉੱਥੇ ਟਿਕਟਾਂ ਦਵਾਈ ਜਾਂਦੇ, ਸਾਡੇ ਤਾਂ ਜਵਾਕਾਂ ਨੂੰ ਕੈਦ ਕਰਾਤੀ। ਫਿਰ ਸੁਖਬੀਰ ਸਿੰਘ ਵੀ ਥੋੜਾ ਜਿਹਾ ਵੀ ਹੁਣ ਕਰੀਏ ਕਿ ਉਹ ਕਹਿੰਦੇ ਫਿਰ ਮਲੂਕਾ ਸਾਹਿਬ ਦੀ ਡਿਊਟੀ ਲਈ ਵੀ ਤੁਸੀਂ ਆਪ ਜਾਓ, ਤੁਸੀਂ ਜਾ ਕੇ ਦੇਖੋ ਤਾਂ ਕੀ ਸਮਝਾਓ ਮਾੜਾ ਮੋਟਾ, ਟਿਕਟਾਂ ਪੰਜਾਬ ਵਾਲੇ ਨਾ ਵੰਡੋ। ਹੁਣ ਅਗਲੀ ਗੱਲ
ਸਰਨਾ ਸਾਹਿਬ ਨੂੰ ਪੰਜਾਬ ਦਾ ਬੜਾ ਸਿਰਸਾ ਸਾਹਿਬ ਨੂੰ ਪੰਜਾਬ ਦਾ ਬੜਾ ਤਜਰਬਾ ਹੈ। ਹਾਂ ਹਾਂ ਪੰਜਾਬ ਦੇ ਵਿੱਚ ਮੈਨੇਜ ਕਰਦੇ ਆ ਨਾ, ਹਰ ਇਲੈਕਸ਼ਨ ਦੇ ਵਿੱਚ ਆਉਂਦੇ ਹੁੰਦੇ ਆ। ਹਾਂ ਹਾਂ ਤੁਹਾਡੀ ਯਾਦ ਹੋਣਾ ਇੱਥੇ ਫੂਲਕਾ ਸਾਹਿਬ ਦੇ ਖਿਲਾਫ ਵੀ ਮੁਜ਼ਾਹਰੇ ਕਰਵਾਏ ਸੀ, ਬੜਾ ਕੁਝ ਕੀਤਾ। ਔਰ ਉਹ ਮੁੱਖ ਮੰਤਰੀ ਹੁੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਵੀ ਸੀ, ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਤੇ ਬੜਾ ਰੌਲਾ ਪੈਂਦਾ। ਪਰ ਦਿੱਲੀ ਦਾ ਬੰਦਾ ਸ਼੍ਰੋਮਣੀ ਕਮੇਟੀ ਦਾ ਅਹੁਦੇਦਾਰ ਹੋਵੇ, ਉਹਨੂੰ ਚੱਕ ਕੇ ਪੰਜਾਬ ਦਾ ਆਪਣਾ ਕੈਬਨਿਟ ਰੈਂਕ ਦਿੱਤਾ ਜਾਵੇ। ਜੀਕੇ ਨੂੰ ਵੀ ਦਿੱਤਾ ਸੀ, ਜੀਕੇ ਨੂੰ ਵੀ ਦਿੱਤਾ ਸੀ, ਸਾਰਾ ਦਿੱਤਾ। ਉਹ ਆਪਣਾ 3 ਬੰਦੇ ਸੀ ਦਿੱਲੀ ਦੇ ਜਿਨ੍ਹਾਂ ਨੂੰ ਪੰਜਾਬ 'ਚ ਕੈਬਨਿਟ ਰੈਂਕ ਦਿੱਤਾ ਸੀ। ਹਾਂ, ਉਹਨਾਂ ਨੂੰ ਰੈਂਕ ਦਿੱਤੇ ਜਾਂਦੇ ਵੀ ਉਹ ਤਾਂ ਦਿਸ ਜਾਂਦੇ। ਹੁਣ ਇੱਧਰ ਆਪਦੇ ਵਾਲੇ ਇੰਦੀ ਦੇ ਉਹ ਆ ਗਏ। ਹੁਣ ਇਹ ਵੀ ਉਹ ਤਜਰਬਾ ਪੁਰਾਣਾ ਹੈਗਾ। ਪ੍ਰਧਾਨ ਜੀ ਨੇ ਇਹ ਵੀ ਕਹਿ ਸਕਦੇ ਕਿ ਤੁਸੀਂ ਮੇਰੇ ਪੁਰਾਣੇ ਸਲਾਹਕਾਰ ਰਹੇ ਹੋ, ਆਪਾਂ ਬਣਾਉਣੀ ਹੈ ਸਰਕਾਰ ਪੰਜਾਬ 'ਚ। ਤੇ ਸਿਰਸਾ ਸਾਹਿਬ ਤੁਹਾਡੀਆਂ ਸੇਵਾਵਾਂ ਦੀ ਉਹਨੂੰ ਪੰਜਾਬ 'ਚ ਲੋੜ ਹੈ। ਤੁਸੀਂ ਇਹ ਛੱਡੋ ਕਿ ਨਾ ਇਹ ਕਾਲਕਾ ਜੀ ਨੂੰ ਰਹਿਣ ਦਿਓ, ਕਾਲਕਾ ਜੀ ਦੇਖਣਗੇ, ਤੁਸੀਂ ਉੱਥੇ ਆ ਜਾਓ। ਮੈਨੂੰ ਤਾਂ ਇਹ ਲੱਗਦੀ ਹੈ ਵੀ ਐਲਾਨ ਜ਼ਰੂਰ ਕਰਤਾ, ਸੇਵਾਵਾਂ ਤਾਂ ਉਹਨਾਂ ਦੀਆਂ ਪੰਜਾਬ 'ਚ ਹੀ ਲਿਖੀਆਂ ਜਾਣ, ਪੰਜਾਬ 'ਚ ਹੀ ਲੈਣੀਆਂ। ਚਲੋ ਵੇਖਦੇ ਹਾਂ ਪੰਜਾਬ 'ਚ ਸੇਵਾਵਾਂ ਕੀ ਬਣਦੀਆਂ ਨੇ। ਪਰ ਜੇਕਰ ਗੱਲ ਕਰੀਏ ਜਿਸ ਢੰਗ ਦੇ ਨਾਲ ਢਿੱਲੋਂ ਸਾਹਿਬ ਉੱਥੇ ਵੋਟ ਪ੍ਰਤੀਸ਼ਤ ਪਿਆ, ਸਾਰਾ 35% ਵੋਟਾਂ ਪਈਆਂ, ਉਹਨੇ ਨਕਾਰ ਦਿੱਤਾ ਇਹਨਾਂ ਨੂੰ। ਉਹ ਤਾਂ ਜੇ ਆਪਾਂ ਦੇਖੀਏ 35 ਕਿ 37% ਵੋਟਾਂ ਪੈ ਗਈਆਂ, 35 ਪੁਆਇੰਟ ਸਮਥਿੰਗ ਹੀ ਹੈ ਜੀ। ਹਾਂ ਸਾਰੀਆਂ, ਹਾਂ, ਜੇ 37 ਪੁਆਇੰਟ ਕੁਛ ਪੈਂਦੀਆਂ, ਮੈਂ ਵੀ 37% ਪੈਂਦੀਆਂ। ਇੰਨੀਆਂ ਕੁ ਵੋਟਾਂ ਪੈ ਗਈਆਂ ਦਾ ਮਤਲਬ ਆ ਵੀ ਵੱਡੀ ਜਿਹੜੀ ਹੈ 63% ਨੇ ਤਾਂ ਪਹਿਲਾਂ ਹੀ ਸਤਿ ਸ੍ਰੀ ਅਕਾਲ ਬੁਲਾਤੀ ਤੁਹਾਨੂੰ ਵੀ ਸਾਡੇ ਨਾਲ ਥੋੜਾ ਕੋਈ ਲਾਗਾ ਦੇਗਾ ਨਹੀਂ। ਇਹ ਤਾਂ ਫਿਰ ਉਹੋ ਜਿਹੀ ਗੱਲ ਹੋਊਗੀ ਜਿਹੋ ਜਿਹੀ ਜਿਹੜੀ 1992 ਚ ਬੇਅੰਤ ਸਿੰਘ ਵਾਲੀ ਸਰਕਾਰ ਬਣੀ ਸੀ ਜੀ। ਟੋਟਲ 10% ਵੋਟਾਂ ਪਈਆਂ, 10% ਤੇ ਜਿਹੜਾ ਲੈ ਗਿਆ। ਉਹ ਇਹ ਚੀਜ਼ ਹੈ ਵੀ ਇੱਥੇ 37% ਪਈਆਂ ਤੇ 37% ਦੇ ਵਿੱਚੋਂ 3 ਹਿੱਸਿਆਂ 'ਚ ਵੋਟਾਂ ਵੰਡੀਆਂ ਗਈਆਂ, ਜਿਹਨੂੰ ਥੋੜੀਆਂ ਜਿਹੀਆਂ ਵੱਧ ਪੈ ਗਈਆਂ। ਉਹ ਵੈਸੇ ਕਈ ਦੇਸ਼ ਇਹੋ ਜਿਹੇ ਹੈ ਜੀ। ਖਾਸ ਕਰਕੇ ਮੈਨੂੰ ਇਹ ਪਤਾ ਲੱਗਿਆ, ਮੈਂ ਜਿਹੜੇ ਦੇਸ਼ਾਂ ਦੇ ਵਿੱਚ ਦੇਖਿਆ, ਮੈਂ ਸੋਵੀਅਤ ਯੂਨੀਅਨ 'ਚ ਗਿਆ ਸੀ ਜਦੋਂ ਸੋਵੀਅਤ ਯੂਨੀਅਨ ਹੁੰਦਾ ਸੀ। ਉੱਥੇ ਕੰਪਲਸਰੀ ਹੈ ਕਿ ਜਿੱਤਣ ਵਾਲੇ ਬੰਦਾ ਨੂੰ ਘੱਟੋ ਘੱਟ 50% ਦੀ ਵੋਟਾਂ ਚਾਹੀਦੀਆਂ। ਅੱਛਾ ਜੀ। ਜੇ 50% ਦੀ ਵੋਟਾਂ ਨਹੀਂ ਮਿਲਦੀਆਂ ਕਿਸੇ ਜੇਤੂ ਨੂੰ, ਭਾਵੇਂ ਉਹ ਸਭ ਤੋਂ ਵੱਧ ਵੋਟਾਂ ਲੈ ਜੇ, ਉਹ ਕਹਿੰਦੇ ਨਾ, ਇਲੈਕਸ਼ਨ ਦੁਬਾਰਾ ਕਰਾ ਦਿਓ। ਨਾ ਪਾਕਿਸਤਾਨ 'ਚ ਬੜਾ ਵਧੀਆ ਸਿਸਟਮ ਹੈ ਢਿੱਲੋਂ ਸਾਹਿਬ। ਅੱਛਾ ਜੀ। ਮੈਨੂੰ ਪਾਕਿਸਤਾਨ ਦੇ ਵਿੱਚ ਕੀ ਚੀਜ਼ ਹੈ, ਤੁਸੀਂ MLA ਬਣ ਗਏ ਜਾਂ ਖੁਦਾ ਕੋਈ ਵੀ MLA ਬਣ ਗਿਆ, ਉਹਦੇ ਨਾਲ ਖੁਦਾ ਨਾ ਖਾਸਤਾ ਕੋਈ ਨਿੱਕੀ ਗੱਲ ਹੋ ਗਈ, ਹੋਰ ਹੋ ਗਿਆ, ਜਾਂ ਉਹਨੂੰ ਅਸਤੀਫਾ ਦੇ ਗਿਆ ਜਾਂ ਕੁਝ ਵੀ ਕਰ ਗਿਆ, ਰੀ-ਇਲੈਕਸ਼ਨ ਨਹੀਂ, ਦੂਜੇ ਨੰਬਰ ਵਾਲਾ MLA। ਠੀਕ ਹੈ, ਵਧੀਆ ਵੀ ਗੱਲ। ਐਵੇਂ ਕਹਿੰਦੇ ਲੋਕਾਂ ਦੇ ਪੈਸੇ ਬਰਬਾਦ ਕਰ ਕਿਉਂ ਨਹੀਂ ਚਾਹੀਦੇ। ਠੀਕ ਹਾਂ, ਬਈ 2 ਥਾਵਾਂ ਤੇ ਖੜੇ ਹੋ ਗਏ ਜੀ, ਇੱਕ ਰੈਤ ਕਰਤੀ, ਹੋਰ ਕਰਤਾ, ਇਹ ਕਰਤਾ, ਉਹ ਕਰਤਾ। ਪਰ ਆ ਵੀ ਜ਼ਰੂਰੀ ਹੈ ਜੀ 50% ਵਾਲਾ, ਵੀ ਜੇ ਤੁਹਾਡੇ ਨਾਲ ਤੁਹਾਡੇ 50% ਵੋਟਰ ਹੈਗੇ, 50% ਤੋਂ ਵੱਧ ਵੋਟਰ ਹੈਗੇ, ਤਾਂ ਹੀ ਤੁਸੀਂ ਉਹਨਾਂ ਦੇ ਪ੍ਰਤੀਨਿਧ ਬਣੋਗੇ ਨਾ ਜੀ। ਜੇ ਵੋਟਾਂ ਦਾ ਬਣੇਗਾ 10% ਜਾਂ 37%, ਉਹ 37% ਦੇ ਵਿੱਚ ਕੋਈ ਨਾ ਤੇ 10 ਜਿਹੜਾ 37 ਟੋਟਲ ਵੋਟਾਂ ਦਾ ਜੇ ਕਿ 10-15% ਲੈ ਕੇ ਬੰਦਾ ਕਹੇਗਾ ਜੀ 100% ਦਾ ਰਿਪਰੈਜ਼ੈਂਟੇਟਿਵ, ਉਹ ਗਲਤ ਹੈ ਜੀ। ਤੇ ਆਪਾਂ ਦਿੱਲੀ ਦੀ ਗੱਲ ਕਰ ਰਹੇ ਸੀ। ਦਿੱਲੀ ਦੇ ਵਿੱਚ ਪੁਲਿਸ ਕਮਿਸ਼ਨਰ ਹੋਰਾਂ ਦੀ ਨਿਯੁਕਤੀ ਦੇ ਉੱਤੇ ਬੜਾ ਹੋ ਹੱਲਾ ਹੋਇਆ। ਸੁਪਰੀਮ ਕੋਰਟ 'ਚ ਕੇਸ ਕੀ ਹੈ ਜੀ? ਅਸਲ ਦੇ ਵਿੱਚ ਇਹ ਹੈ ਕਿ 27 ਜੁਲਾਈ ਨੂੰ ਮਿਸਟਰ ਰਾਕੇਸ਼ ਅਸਥਾਨਾ ਨੂੰ ਦਿੱਲੀ ਦਾ ਪੁਲਿਸ ਕਮਿਸ਼ਨਰ ਨਿਯੁਕਤ ਕਰਤਾ ਜੀ। ਉਹਨੇ ਟੇਕ ਓਵਰ ਵੀ ਕਰ ਲਿਆ। 27 ਤਾਰੀਖ ਨੂੰ ਉਹਨੂੰ ਨਿਯੁਕਤ ਕੀਤਾ ਤੇ ਨਾਲ ਨਿਯੁਕਤ ਕਰਦਿਆਂ ਉਹਨੂੰ 1 ਸਾਲ ਦਾ ਸੇਵਾ ਕਾਲ ਹੋਰ ਦਿੱਤਾ ਜੀ, ਜਿਹਨੂੰ ਆਪਾਂ ਅੰਗਰੇਜ਼ੀ 'ਚ ਐਕਸਟੈਂਸ਼ਨ ਕਹਿ ਦਿੰਦੇ ਹਾਂ। ਅਗਲੀ ਗੱਲ ਇਹ ਹੈ ਕਿ ਉਹ ਬੰਦੇ ਨੇ 31 ਜੁਲਾਈ ਨੂੰ ਰਿਟਾਇਰ ਹੋ ਜਾਣਾ ਸੀ। ਅੱਛਾ ਜੀ। ਜਿਸ ਬੰਦੇ ਨੇ 4 ਦਿਨਾਂ ਬਾਅਦ ਰਿਟਾਇਰ ਹੋਣਾ ਸੀ, ਉਹਨੂੰ ਪੁਲਿਸ ਕਮਿਸ਼ਨਰ ਲਾ ਦਿੱਤਾ। ਹਾਂ, ਨਿਯਮ ਕੀ ਹੈ? ਨਿਯਮ ਇਹ ਹੈ ਜਿਹੜੀਆਂ ਇਹ ਪੋਸਟਾਂ ਹੈਗੀਆਂ, ਇਹਨਾਂ ਪੋਸਟਾਂ ਦੇ ਉੱਤੇ ਮਤਲਬ ਜਿਹੜੇ ਬੰਦੇ ਦੇ ਘੱਟੋ ਘੱਟ ਜਿਹੜਾ 2 ਸਾਲ ਲਈ ਲਾਉਣਾ ਹੁੰਦਾ ਜੀ, ਕਿ ਉਹਦੀ 6 ਮਹੀਨੇ ਤੋਂ ਉੱਪਰ ਜਿਹੜਾ ਸਮਾਂ ਰਹਿੰਦਾ ਹੋਵੇ ਰਿਟਾਇਰਮੈਂਟ ਦਾ। ਇਹ ਤੋਂ ਪਹਿਲਾਂ ਉਹਨੂੰ CBI ਦਾ ਜੱਜ ਲਾਉਣ ਦੀ, ਆਪਣਾ CBI ਦਾ ਮੁਖੀ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਦੇ 'ਚ ਵੀ ਸਾਰਾ ਕੁਝ ਤਿਆਰੀ ਬਿਆਰੀ ਕਰ ਲਈ, ਲੇਕਿਨ ਉੱਥੇ ਪ੍ਰੋਬਲਮ ਇਹ ਹੈ ਕਿ ਇੱਥੇ ਤਾਂ ਸਿੱਧਾ ਗ੍ਰਹਿ ਮਿਨਿਸਟਰੀ ਵੱਲੋਂ ਲਾਤੀ, ਜਾਂ ਜਿਹੜੀ ਇਹਨਾਂ ਦੀ ਕੋਈ ਸਿਲੈਕਸ਼ਨ ਕਮੇਟੀ ਹੈ ਉਹਦੇ ਵੱਲੋਂ ਲਾਤੀ। ਜਿਹੜਾ CBI ਜਾਂ ਕੰਸਟੀਟਿਊਸ਼ਨਲ ਹੈਡ ਆਪਣਾ ਮੁਖੀ ਬਣਾਉਣਾ ਹੈ ਜੀ, ਉਹਦੇ ਵਾਸਤੇ ਇਹ ਹੈ ਕਿ 3 ਮੈਂਬਰੀ ਇੱਕ ਕਮੇਟੀ ਹੁੰਦੀ ਹੈ। ਉਸ ਕਮੇਟੀ ਦੇ ਵਿੱਚ ਪ੍ਰਾਈਮ ਮਿਨਿਸਟਰ ਹੁੰਦੇ, ਉਹਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਹੁੰਦੇ ਹੈ, ਤੇ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਜਾਂ ਜਿਹੜੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਗਰੁੱਪ ਹੁੰਦਾ ਕਿਸੇ ਪਾਰਟੀ ਦਾ, ਉਹਦਾ ਲੀਡਰ ਹੈ ਜਿਹੜਾ, ਉਹ 3 ਜਣੇ ਆਉਂਦੇ। ਜਦੋਂ ਇਹ ਮਾਮਲਾ ਲਿਆ ਕੇ ਰੱਖਿਆ, ਮੀਟਿੰਗ ਹੋਈ ਜੀ, ਚੀਫ ਜਸਟਿਸ ਸਾਹਿਬ ਵੀ ਸੀਗੇ ਤੇ ਆਪਣੇ ਮੋਦੀ ਜੀ ਵੀ ਸੀਗੇ। ਮੋਦੀ ਜੀ ਨੇ ਅੱਗੇ ਕਰਤਾ ਜੀ, ਆ ਲਓ ਇਹਨਾਂ 'ਚੋਂ ਦੇਖੋ ਕੋਈ। ਤੇ ਰਮਨਾ ਸਾਹਿਬ ਜਿਹੜੇ ਆਪਣੇ ਚੀਫ ਜਸਟਿਸ ਸੀ, ਉਹਨਾਂ ਨੇ ਦੇਖ ਕੇ ਸਭ ਤੋਂ ਪਹਿਲਾਂ ਕਾਟਾ ਰਾਕੇਸ਼ ਅਸਥਾਨਾ ਦੇ ਮਾਰਤਾ। ਅੱਛਾ ਜੀ। ਕਹਿੰਦੇ ਜੀ ਆਹ ਤਾਂ ਨਹੀਂ ਲੱਗ ਸਕਦਾ। ਕਹਿੰਦੇ ਜੀ ਕੀ ਗੱਲ? ਉਹ ਕਹਿੰਦੇ ਸਾਡੀ ਹੀ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਜਿਹੜੇ ਬੰਦੇ ਦਾ ਸਮਾਂ 6 ਮਹੀਨੇ ਤੋਂ ਘੱਟ ਰਹਿੰਦਾ ਹੋਵੇ ਉਹ ਚੀਫ ਨਹੀਂ ਲੱਗ ਸਕਦਾ ਜੀ। ਮੈਂ ਇਹਦੇ ਨਾਲ ਸਹਿਮਤ ਨਹੀਂ। ਮਲਕਾਰਜੁਨ ਖੜਗੇ ਨਾ, ਆਪਣਾ ਤੁਹਾਡੇ ਅਧੀਰ ਰੰਜਨ ਚੌਧਰੀ ਜੀ, ਉਹ ਵੀ ਮੈਂਬਰ ਸੀਗੇ। ਉਹ ਕਹਿੰਦੇ ਜੀ ਬਿਲਕੁਲ ਮੈਂ ਵੀ ਸਹਿਮਤ ਇਹਨਾਂ ਦੇ ਨਾਲ। ਜਦੋਂ 3 ਮੈਂਬਰਾਂ ਦੇ ਦੋਵਾਂ ਨੇ ਕਹਿਤਾ ਸਹਿਮਤ ਹੈ, ਤੇ ਉਹਦਾ ਵਰਕਾ ਪਟ ਗਿਆ ਜੀ, ਉਹਦਾ ਨਾਂ ਕੱਟਿਆ ਗਿਆ। ਨਾਂ ਕੱਟੇ ਜਾਣ ਤੋਂ ਬਾਅਦ ਵਿਚਲੇ ਨੇ ਰਿਟਾਇਰ ਹੋਣਾ, ਤੇ ਉਧਰੋਂ ਦਿੱਲੀ ਦੇ ਪੁਲਿਸ ਦੀ ਕਮਿਸ਼ਨਰ ਦੀ ਰਿਟਾਇਰਮੈਂਟ ਵੀ ਆ ਗਈ ਜੀ।
ਤੇ ਨਾਲ ਦੀ ਨਾਲ ਚੱਕ ਕੇ ਹੁਣ ਉਹਨਾਂ ਨੂੰ ਰਾਤਾ। ਉਹਨੂੰ ਦੇ ਦਿੱਤੀ ਹੈ ਜੀ ਇੱਕ NGO ਨੇ, ਮੇਰੇ ਖਿਆਲ ਕਾਮਨ ਕਾਜ਼ ਵਾਲਿਆਂ ਨੇ ਦਿੱਤੀ ਹੈ ਚੁਣੌਤੀ ਜੀ ਕਿ ਇਹ ਨਿਯੁਕਤੀ ਗਲਤ ਹੋਈ ਹੈ। ਜਿਹੜਾ ਪ੍ਰਕਾਸ਼ ਸਿੰਘ ਵਾਲੀ ਪਟੀਸ਼ਨ ਹੈ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀ ਪਾਸ ਹੋਈ ਹੈ, ਉਹਦੇ ਵਿੱਚ ਜਿਹੜੀ ਪੁਲਿਸ ਸੁਧਾਰਾਂ ਵਾਲੀ ਗੱਲ ਕੀਤੀ ਹੈ, ਉਹਦੇ ਵਿੱਚ ਇੱਕ ਘੱਟੋ ਘੱਟ ਜਿਹੜਾ ਹੈ 2 ਸਾਲ ਵਾਸਤੇ ਬੰਦਾ ਲਾਉਣਾ ਹੈ ਜੀ। 2 ਸਾਲ ਤੋਂ ਜੇ ਉਹਨੂੰ ਉਹਦਾ ਵੱਧ ਨਹੀਂ ਲਿਆ ਜਾ ਸਕਦਾ, ਉਹਦਾ ਜਿਹੜਾ ਹੈਗਾ ਰਿਟਾਇਰਮੈਂਟ ਦਾ ਕਾਲ ਹੈ ਜਿਹੜਾ 6 ਮਹੀਨੇ ਰਹਿਣਾ ਚਾਹੀਦਾ ਹੈ ਜੀ। ਉਹ ਤੋਂ ਬਾਅਦ ਉਹਨੂੰ ਐਕਸਟੈਂਸ਼ਨ ਦਿੱਤੀ ਜਾ ਸਕਦੀ ਹੈ। ਉਹ ਹਵਾਲਾ ਦੇ ਕੇ ਤੇ ਪ੍ਰਸ਼ਾਂਤ ਭੂਸ਼ਣ ਨੇ ਪਟੀਸ਼ਨ ਦਰਜ ਕਰਤੀ ਦਾਇਰ ਦਿੱਲੀ ਹਾਈ ਕੋਰਟ 'ਚ। ਹੁਣ ਉਹ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋ ਗਈ ਜੀ। ਉਸ ਸੁਣਵਾਈ ਦੇ ਕੀ ਹੈ ਕਿ ਆਪਾਂ ਹੁਣ ਪਹਿਲਾਂ ਵੀ ਬੜੇ ਵਾਰੀ ਗੱਲ ਕੀਤੀ ਹੈ ਕਿ ਜਿਹਦੇ ਕੋਲ ਪਹੁੰਚ ਹੁੰਦੀ ਹੈ, ਜਿਹਦੇ ਕੋਲ ਸਾਧਨ ਹੁੰਦੇ ਆ, ਜਿੱਥੇ ਸਰਕਾਰ ਹੋਵੇ ਜੀ, ਜਿੰਨਾ ਮਰਜ਼ੀ ਲਮਕਾ ਲਓ। ਹਾਂ ਬਿਲਕੁਲ, ਇਹ ਤਾਂ ਗੱਲ ਸਿਆਣੀ ਹੈ। ਜਿੰਨਾ ਮਰਜ਼ੀ ਲਮਕਾ ਲਓ, ਜਿੰਨੀ ਛੇਤੀ ਮਰਜ਼ੀ ਕਰਾ ਲਓ, ਭਾਵੇਂ ਅੱਧੀ ਰਾਤ ਨੂੰ ਖਿਲਾ ਲਓ। ਹਾਂਜੀ, ਜੇ ਤੁਹਾਡੇ ਖਿਲਾਫ ਜਾਣਾ, ਤੁਹਾਨੂੰ ਪਤਾ ਫੈਸਲਾ ਸਾਡੇ ਖਿਲਾਫ ਹੋ ਜਾਊਗਾ, ਲਮਕਾਈ ਜਾਓ ਜੀ, ਕਦੇ ਕੋਈ ਅਰਜੀ ਪਾ ਦਿਓ, ਕਦੇ ਕੋਈ ਅਰਜੀ ਪਾ ਦਿਓ, ਤੁਹਾਥੋਂ ਜਵਾਬ ਮੰਗਿਆ ਸਮੇਂ ਸਿਰ ਜਵਾਬ ਨਾ ਦਿਓ, ਤਰੀਕ ਦੇ ਦਿਓ ਜੀ, ਕਦੇ ਵਕੀਲ ਬਿਮਾਰ ਹੋ ਗਿਆ ਜੀ, ਕਦੇ ਕੁਛ ਇਹ ਬੜੇ ਤਰੀਕੇ ਹੋ ਜਾਂਦੇ। ਹੁਣ ਉਹ ਮਾਮਲਾ ਲਟਕਦਾ ਗਿਆ। ਲਓ ਜੀ, ਇਹ ਪਟੀਸ਼ਨ ਫਿਰ ਸੁਪਰੀਮ ਕੋਰਟ 'ਚ ਪੈ ਗਈ ਜੀ ਕਿ ਜੀ ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਹੈ ਤੇ ਦਿੱਲੀ ਹਾਈ ਕੋਰਟ ਦਾ ਨਿਪਟਾਰਾ ਨਹੀਂ ਕਰਦੀ, ਮਾਨਯੋਗ ਸੁਪਰੀਮ ਕੋਰਟ 'ਚ ਦਖਲਅੰਦਾਜ਼ੀ ਦੇਵੇ ਜੀ। ਕੱਲ ਫਿਰ ਸੁਪਰੀਮ ਕੋਰਟ ਨੇ ਹੁਕਮ ਪਾਸ ਕਰਤਾ। ਦਿੱਲੀ ਹਾਈ ਕੋਰਟ ਨੂੰ ਕਹਿਤਾ ਕਿ ਇਹ ਮਾਮਲਾ ਜਿਹੜਾ ਹੈਗਾ ਤੁਸੀਂ 2 ਹਫ਼ਤਿਆਂ 'ਚ ਮੁਕਾਓ ਜੀ। ਤੁਸ਼ਾਰ ਮਹਿਤਾ ਜਿਹੜੇ ਸੋਲਿਸਿਟਰ ਜਨਰਲ ਹੈ ਉਹ ਵੀ ਸੀਗੇ। ਉਹ ਕਹਿੰਦੇ ਜੀ ਗੱਲ ਹੈ ਵੀ ਅਸੀਂ ਅਜੇ ਜਵਾਬ ਦੇਣਾ, ਸੈਂਟਰ ਸਰਕਾਰ ਨੂੰ ਟਾਈਮ ਲੱਗ ਜਾਣਾ ਜੀ, ਸਮਾਂ ਕੁਛ ਹੋਰ ਦੇ ਦਿਓ ਜੀ। ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਕਹਿੰਦਾ ਬਿਲਕੁਲ ਨਹੀਂ ਸਮਾਂ ਦੇਣਾ, 2 ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਇਹ ਤੁਹਾਨੂੰ ਨਿਪਟਾਰਾ ਕਰਨਾ ਪੈਣਾ, ਆਪਣਾ ਰਿਕਾਰਡ ਪੇਸ਼ ਕਰੋ ਜਾਂ ਨਾ ਕਰੋ। ਮੇਰੇ ਖਿਆਲ ਮੁਤਾਬਕ ਮੈਨੂੰ ਜਾਪਦੀ ਹੈ ਕਿ ਹੁਣ ਜਿਹੜੇ ਅਸਥਾਨਾ ਸਾਹਿਬ ਹੈ, ਕਮਿਸ਼ਨਰ ਸਾਹਿਬ ਜੀ, ਇਹਨਾਂ ਦੀ ਮਿਆਦ 2 ਹਫ਼ਤੇ ਰਹਿ ਗਈ ਹੈ। ਅੱਛਾ ਜੀ। ਕਿਉਂਕਿ ਕਾਨੂੰਨ ਦੇ ਮੁਤਾਬਕ ਉਹ ਰਹਿ ਨਹੀਂ ਸਕਦੇ ਤੇ ਹਾਈ ਕੋਰਟ ਨੂੰ ਕੰਮ ਕਰਨਾ ਹੀ ਪਊਗਾ ਜੀ। ਤੇ ਸੁਪਰੀਮ ਕੋਰਟ ਨੇ ਇੱਕ ਪਛੜੇਪਨ ਦੇ ਆਧਾਰ ਦੇ ਉੱਤੇ ਕੁਝ ਟਿੱਪਣੀ ਕੀਤੀ ਹੈ ਜੀ। ਟਿੱਪਣੀਆਂ ਪਹਿਲਾਂ ਵੀ ਹੋ ਗਈਆਂ ਜੀ, ਟਿੱਪਣੀਆਂ ਨਹੀਂ ਹੈ। ਪਹਿਲਾਂ ਤਾਂ ਵੈਸੇ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਹੋਇਆ ਜੀ, ਇਹ ਵੀ ਹੁਕਮ ਹੈ ਹੁਣ ਵਾਲਾ ਵੀ। ਪਹਿਲਾਂ ਇੰਦਰਾ ਸਾਹਨੀ ਦਾ ਇੱਕ ਕੇਸ ਆਇਆ ਸੀ, ਉਹਦੇ ਵਿੱਚ ਰਿਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ ਗੱਲ ਆ ਗਈ ਸੀ ਕਿ ਰਿਜ਼ਰਵੇਸ਼ਨ ਕਿਹੋ ਜਿਹੇ ਬੰਦਿਆਂ ਨੂੰ ਚਾਹੀਦੀ ਹੈ। ਜਦੋਂ ਰਿਜ਼ਰਵੇਸ਼ਨ ਵਾਲਾ ਕਾਨੂੰਨ ਬਣਾਇਆ ਸੀ ਜਾਂ ਪ੍ਰਬੰਧ ਕੀਤਾ ਸੀ ਸੰਵਿਧਾਨ ਦੇ ਵਿੱਚ ਸਿਆਣੇ ਬੰਦਿਆਂ ਨੇ ਜੀ, ਉਦੋਂ ਕਿਹੜੀ ਚੀਜ਼ ਨੂੰ ਮੁੱਖ ਰੱਖਿਆ ਸੀ? ਉਦੋਂ ਉਹਨਾਂ ਨੇ ਲਿਖਿਆ ਸੀ ਕਿ ਆਰਥਿਕ, ਸਮਾਜਿਕ ਜੀ ਪਛੜੇਵਾਂ ਜਾਂ ਹੋਰ ਪਛੜੇਵੇਂ। ਜੇ ਸਮਾਜਿਕ ਪਛੜੇਵੇਂ ਦੀ ਗੱਲ ਕਰਦੇ ਤਾਂ ਸਮਾਜਿਕ ਪਛੜੇਵੇਂ ਦਾ ਦਾਇਰਾ ਬਹੁਤ ਲੰਬਾ ਚੌੜਾ ਹੈ। ਖਾਸ ਕਰਕੇ ਜਦੋਂ ਕਿਸੇ ਨੂੰ ਪੜ੍ਹਨ ਦਾ ਮੌਕਾ ਹੀ ਨਾ ਮਿਲਿਆ ਤੇ ਉਹਨੂੰ ਰਿਜ਼ਰਵੇਸ਼ਨ ਕੀ ਮਿਲੂਗੀ? ਕੀ ਮਿਲਣੀ ਹੈ? ਗੱਲ ਤਾਂ ਸਿਆਣੀ ਹੈ। ਇਹ ਸਮਾਜਿਕ ਬੇਇਨਸਾਫੀ ਚਾਹੁੰਦਾ ਹੈ। ਇੱਥੇ ਕੀ ਕੀਤਾ ਜੀ, ਹੁਣ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਜਿਸ ਵਿਅਕਤੀ ਦੀ ਆਮਦਨ 6 ਲੱਖ ਜਾਂ 6 ਲੱਖ ਰੁਪਏ ਤੋਂ ਵੱਧ ਹੈ ਉਹ ਕ੍ਰੀਮੀ ਲੇਅਰ 'ਚ ਗਿਣਿਆ ਜਾਊਗਾ। ਬੈਕਵਰਡ ਕਲਾਸ ਦਾ ਬੰਦਾ ਹੋਵੇ ਤੇ ਉਹਨੂੰ ਕਹਿੰਦੇ ਜੀ ਕ੍ਰੀਮੀ ਲੇਅਰ 'ਚ ਤੈਨੂੰ ਇਹਦਾ ਰਿਜ਼ਰਵੇਸ਼ਨ ਦਾ ਮਿਲਦਾ ਨਹੀਂ, ਬੈਨੀਫਿਟ ਨਹੀਂ ਮਿਲਦਾ। ਹਰਿਆਣੇ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਹੈ ਪਛੜਿਆ ਸਮਾਜ ਸੰਘ ਜੀ, ਉਹਨਾਂ ਨੇ ਜੀ ਇਹਨੂੰ ਚੱਕ ਕੇ ਤੇ ਸੁਪਰੀਮ ਕੋਰਟ ਚੁਣੌਤੀ ਦਿੱਤੀ। ਸੁਪਰੀਮ ਕੋਰਟ ਦੇ ਵਿੱਚ ਇੱਥੇ ਸੁਣਵਾਈ ਹੋਈ ਜੀ ਤੇ ਕੱਲ ਸੁਪਰੀਮ ਕੋਰਟ ਦਾ ਫਿਰ ਫੈਸਲਾ ਆ ਗਿਆ। ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਕਿ ਭਾਰਤ ਦੀ ਸੁਪਰੀਮ ਕੋਰਟ ਪਹਿਲਾਂ ਹੀ ਇੰਦਰਾ ਸਾਹਨੀ ਵਾਲੇ ਕੇਸ ਦੇ ਵਿੱਚ ਇਹ ਪ੍ਰਬੰਧ ਕਰ ਸਕੀ ਹੈ ਜੀ ਕਿ ਜਿਹੜੀ ਸ਼ਨਾਖਤ ਕਰਨੀ ਹੈ ਕਿਸੇ ਬੰਦੇ ਦੀ ਵੀ ਇਹ ਕ੍ਰੀਮੀ ਲੇਅਰ 'ਚ ਆਉਂਦਾ ਕਿ ਨਹੀਂ ਆਉਂਦਾ, ਪਛੜੇ ਵਰਗ ਦੇ ਵਿੱਚੋਂ ਜਾਂ ਮੰਨ ਲਓ SC ਦੇ ਵਿੱਚੋਂ ਵੀ ਆਉਂਦਾ, ਉਹਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਤੁਸੀਂ ਸਿਰਫ ਤੇ ਸਿਰਫ ਦੇਖਣੀ ਕਿ ਇਹਦੀ ਆਮਦਨ ਕਿੰਨੀ ਹੈ। ਆਮਦਨ ਉਹਦੀ ਵੱਧ ਵੀ ਹੋ ਸਕਦੀ ਹੈ, ਲੇਕਿਨ ਉਹਦੇ ਕੋਲ ਜਿਹੜਾ ਸਮਾਜਿਕ ਤੇ ਜਿਹੜੇ ਹੋਰ ਕਾਰਕ ਹੈ ਜੀ ਉਹਦੇ ਵਿੱਚ ਉਹਦੇ ਪਛੜੇਪਣ ਦੀ ਹਾਲਤ ਕੀ ਹੈ ਇਹ ਦੇਖਣੀ ਵੀ ਅਤੀ ਜ਼ਰੂਰੀ ਹੈ। ਪੈਸਾ ਤਾਂ ਕਿਸੇ ਕੋਲੇ ਵੀ ਹੋ ਸਕਦਾ। ਹੁਣ ਕਿਸੇ ਬੰਦੇ ਨੂੰ ਫਰਜ਼ ਕਰੋ ਕੋਈ ਪਛੜਿਆ ਬੰਦਾ ਹੈ, ਬਿਲਕੁਲ ਉਹਨੂੰ ਕਰੋੜ ਰੁਪਏ ਦੀ ਲਾਟਰੀ ਨਿਕਲੇ, ਲਾਟਰੀ ਤਾਂ ਮਤਲਬ ਜਿਹੜੀ ਹੈਗੀ ਉਹਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿ ਉਹਦਾ ਆਰਥਿਕ ਪਛੜੇਵਾਂ ਤਾਂ ਹੈ ਤੇ ਉਹਨੂੰ ਕਹਿੰਦੇ ਲਓ ਜੀ ਤੁਹਾਨੂੰ ਤਾਂ ਨਿਕਲੀ ਲਾਟਰੀ ਤਾਂ ਅਸੀਂ ਤੁਹਾਨੂੰ ਇਹ ਨਹੀਂ ਦਿੱਤੀ। ਲੇਕਿਨ ਸਦੀਆਂ ਤੋਂ ਜਿਹੜਾ ਉਹਨੂੰ ਪਛੜੇਵੇਂ 'ਚ ਰੱਖਿਆ ਹੋਇਆ ਜੀ ਜਦੋਂ ਮਤਲਬ ਸਾਡੇ ਉਹ ਕੀ ਕਵਾਂਗੇ ਆਪਾਂ, ਉਹ ਸਮਾਂ ਹੁੰਦਾ ਸੀਗਾ, ਪੁਰਾਣਾ ਸਮਾਂ ਹੁੰਦਾ ਸੀ, ਮਨੂ ਸਮਿਰਤੀ ਵਾਲਾ ਸਮਾਂ, ਬਿਲਕੁਲ। ਤੇ ਉਦੋਂ ਵੀ ਇਹਨਾਂ ਲੋਕਾਂ ਨੂੰ ਕਿਤੇ ਗਿਆਨ ਨਾ ਜੇ, ਜਿਨ੍ਹਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ, ਕਰ ਦਿੰਦੇ ਸੀ, ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਸਿਰਫ ਤੇ ਸਿਰਫ ਪੈਰ ਦੀ ਜੁੱਤੀ ਹੈ ਤੇ ਤੁਹਾਡਾ ਇਹ ਤੋਂ ਵੱਧ ਜਿਹੜਾ ਹੈਗਾ ਕੋਈ ਰੋਲ ਹੀ ਨਹੀਂ ਹੈ। ਜਦੋਂ ਉਹਨਾਂ ਲੋਕਾਂ ਨੂੰ ਇਹ ਕਹਿੰਦੇ ਕਿ ਤੁਸੀਂ ਸਿਰਫ ਤੇ ਸਿਰਫ ਜਿਹੜਾ ਹੈਗਾ ਮੈਲਾ ਹੀ ਢੋਣਾ, ਗੰਦਮੰਦ ਹੀ ਢੋਣਾ, ਤੁਸੀਂ ਇਹੀ ਕੰਮ ਕਰਨਾ, ਤੁਸੀਂ ਹੋਰ ਕੋਈ ਨਹੀਂ। ਉਹਨਾਂ ਬੰਦਿਆਂ ਦੇ ਨਾਲ ਜਿਹੜਾ ਇੰਨਾ ਛੂਆ ਛੂਤ ਕੀਤਾ ਜਾਂਦਾ ਸੀ ਕਿ ਜੇ ਕਿਸੇ ਭਾਂਡੇ ਨੂੰ ਹੱਥ ਲੱਗ ਜਾਂਦਾ ਤਾਂ ਭਾਂਡਾ ਭੰਨ ਦਿੱਤਾ ਜਾਂਦਾ ਸੀਗਾ। ਮਿੱਟੀ ਦੇ ਜਿਹੜੇ ਭਾਂਡੇ ਹੁੰਦੇ ਸੀ ਆਮ ਤੌਰ ਤੇ ਘੜੇ ਵਗੈਰਾ ਭੰਨ ਦਿੱਤੇ ਜਾਂਦੇ ਸੀ,
ਲੋਕਾਂ ਨੂੰ ਪਿੱਠ ਸਜ਼ਾਵਾਂ ਕਹਿੰਦੇ ਸੀ। ਪਿੱਠ ਕਹਿੰਦੇ ਸੀ ਉਹਨਾਂ ਨੂੰ, ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਕਿ ਤੁਸੀਂ ਹੱਥ ਕਿਉਂ ਲਾਏ। ਹੁਣ ਜਿਹੜਾ ਇਹ ਪਿਛੜੇਵਾਂ ਹੈ, ਇਹ ਪਿਛੜੇਵਾਂ ਇਕੱਲਾ 6 ਲੱਖ ਨਾਲ ਹੀ ਨਾ ਦੂਰ ਹੁੰਦਾ। ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਫੈਸਲਾ ਪਹਿਲਾਂ ਵੀ ਹੋਇਆ, ਪਰ ਹੁਣ ਅਸੀਂ ਇਹ ਪੁਸ਼ਟੀ ਕਰਦੇ ਹਾਂ ਦੁਬਾਰਾ ਫਿਰ ਕਿ ਇਹ ਗਿਣਤੀ ਨੂੰ, ਤੇ ਇਹ ਜਿਹੜਾ ਨੋਟੀਫਿਕੇਸ਼ਨ ਸੀ ਹਰਿਆਣਾ ਸਰਕਾਰ ਦਾ ਉਹ ਰੱਦ ਕਰਤਾ। ਹਾਂਜੀ। ਚਲੋ ਨੋਟੀਫਿਕੇਸ਼ਨ ਹੁਣ ਦੇਖੋ ਅੱਗੇ ਗੱਲ ਇਹ ਹੈ ਢਿੱਲੋਂ ਸਾਹਿਬ, ਪਰ ਸਭ ਤੋਂ ਵੱਡਾ ਮਸਲਾ ਤਾਂ ਇਹੀ ਹੈ ਜਿਵੇਂ ਪਛੜੇਪਨ ਦੀ ਹੋਰ ਰਿਜ਼ਰਵੇਸ਼ਨ ਹੈ। ਆਪਣੇ ਸਰਦੂਲਗੜ੍ਹ ਏਰੀਏ ਦਾ ਇੱਕ ਬੱਚਾ ਸੀ ਜੀ, ਇੱਥੇ ਮੇਰੀ ਬੇਟੀ ਪੜ੍ਹਦੀ ਸੀ, ਬੇਟੀ ਤੋਂ ਅੱਗੇ ਸੀ ਜੀ। ਉਹਦਾ ਫਾਦਰ ਢਿੱਲੋਂ ਸਾਹਿਬ ਸੀ ਜੱਟ ਸਿੱਖ ਪਰਿਵਾਰ ਨਾਲ, ਤੇ ਫਾਦਰ ਉਹਦਾ ਦਿਹਾੜੀਦਾਰ ਕਾਮਾ ਸੀ ਬਿਜਲੀ ਬੋਰਡ 'ਚ ਜੀ। 2 ਕਿੱਲੇ ਜ਼ਮੀਨ। ਬੱਚੇ ਨੇ ਪਿੰਡ ਦੇ ਸਕੂਲ ਤੋਂ ਪੜ੍ਹ ਕੇ ਆ ਕੇ 11ਵੀਂ 12ਵੀਂ ਸਿੱਧੀ ਇੰਗਲਿਸ਼ ਮੀਡੀਅਮ 'ਚ ਕੀਤੀ ਜੀ ਆ ਕੇ ਜੀ। ਮਦਰ ਉਹਦੀ ਕੱਪੜੇ ਸਿਉਂ ਕੇ ਗੁਜ਼ਾਰਾ ਕਰਦੀ ਸੀ, ਬੱਚੇ ਦੀ ਫੀਸ ਜੀ। ਬੱਚੇ ਨੇ ਜੀ IIT ਦਾ ਵਾਸਤੇ ਐਡਮਿਸ਼ਨ ਵਾਸਤੇ ਹੋ ਗਿਆ ਜੀ, ਪਰ ਕਿਉਂਕਿ ਸਵਰਨ ਜਾਤੀ ਨਾਲ ਸੀ, ਹਾਂਜੀ, ਫੀਸ ਹੈ ਨਹੀਂ ਸੀ IIT ਦੇਣ ਨੂੰ। ਹੁਣ ਇਹੋ ਜਿਹਾ ਕੈਲੀਵਰ ਬੱਚਿਆਂ ਦਾ ਫਿਰ ਉਹਨਾਂ ਨੇ ਜੀ ਆਪਦਾ ਕਿੱਲਾ ਜ਼ਮੀਨ ਦਾ ਵੇਚ ਕੇ ਬੱਚੇ ਨੂੰ ਕੈਨੇਡਾ ਭੇਜਿਆ। ਹੁਣ ਉੱਥੇ ਦੇਖੋ ਬਿਲਕੁਲ ਉਹ ਆਰਥਿਕ ਪਛੜੇ ਵਿੱਚ ਆਉਂਦਾ ਹੈ। ਹੁਣ ਉਹਨਾਂ ਨੂੰ ਵੀ ਤਾਂ ਲੋੜ ਹੈ ਨਾ। ਨਾ ਉਹਨੂੰ ਆਰਥਿਕ ਪਛੜੇਪਨ ਦੇ ਵਿੱਚ ਇਹ ਪ੍ਰਬੰਧ ਕੀਤਾ ਹੋਇਆ ਵੈਸੇ ਆਰਥਿਕ ਪਛੜੇਪਨ ਦਾ, ਪਰ ਮੇਰੇ ਖਿਆਲ ਮਤਲਬ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੋਣਾ ਇਹਦੇ 'ਚ ਜਿਹੜੇ ਆਰਥਿਕ ਤੌਰ ਤੇ ਲੋਕ ਪਛੜੇ, ਰਿਜ਼ਰਵੇਸ਼ਨ ਉਹਨਾਂ ਦੀ ਵੀ ਹੈਗੀ ਹੈ। ਸ਼ਾਇਦ ਕਈ ਵਾਰੀ ਜਾਣਕਾਰੀ ਨਹੀਂ ਹੁੰਦੀ। ਪਰ ਕਈ ਵਾਰੀ ਢਿੱਲੋਂ ਸਾਹਿਬ ਦੇਖ ਲਓ ਨਾ, ਹੁਣ 2 ਕਿੱਲੇ ਜ਼ਮੀਨ ਹੈ, ਜੇ ਚੰਗੇ ਉਹਦਾ ਮੁੱਲ ਪਾ ਲਓ 2 ਕਿੱਲਿਆਂ ਦਾ, ਉਹਨਾਂ ਨੇ ਉਹਨੇ ਆਮਦਨ ਪਾਤੀ, ਉਹਦੇ ਚੋਂ ਨਿਕਲ ਜਾਣਗੇ, ਤੂੰ ਦਿਹਾੜੀਦਾਰ ਕੰਮ ਆ, ਤੂੰ ਉਹ ਕਰਦੀ ਆ, ਬਸ ਇਹਦੇ ਚੋਂ 2 ਪੈਸੇ ਨਾਲ ਬੰਦਾ ਨਿਕਲ ਜਾਂਦਾ, ਪਰ ਉਹ IIT ਦੀ ਫੀਸ ਤਾਂ ਨਹੀਂ ਨਾ ਭਰੀ ਜਾਂਦੀ। IIT ਦੀ ਫੀਸ ਨਹੀਂ। ਹੁਣ ਜੇ ਆਪਾਂ ਦੇਖੀਏ ਇਸ ਕਿਸਮ ਦੇ ਬੜੇ ਸਾਡੇ ਧਿਆਨ ਚ ਆਉਂਦੇ ਆ ਬੰਦੇ। ਹੁਣ ਜਿਹੜਾ ਬਹੁਤ ਚਰਚਿਤ ਆਗੂ ਹੈ ਇਸ ਵੇਲੇ, ਇੰਡੀਆ ਲੈਵਲ ਦਾ ਆਗੂ ਹੈ, ਜਿਹਨੂੰ ਅਸੀਂ ਨੈਸ਼ਨਲ ਲੈਵਲ ਦਾ ਆਗੂ ਕਹਿ ਸਕਦੇ ਹਾਂ, ਜੇ ਭਾਵੇਂ ਉਹ ਵੋਟਾਂ 'ਚ ਜਿੱਤ ਨਹੀਂ ਸਕਿਆ, ਲੇਕਿਨ ਜੇ ਆਪਾਂ ਉਹਦੇ ਕੈਲੀਵਰ ਨੂੰ ਦੇਖੀਏ ਤਾਂ ਉਹਦਾ ਪ੍ਰਾਈਮ ਮਿਨਿਸਟਰ ਦੇ ਬਰਾਬਰ ਦੇ ਕੈਲੀਵਰ ਦਾ ਕਨ੍ਹਈਆ ਕੁਮਾਰ ਦੀ ਮਾਂ ਤਾਂ ਆਂਗਣਵਾੜੀ ਵਰਕਰ ਸੀ। ਜੀ। ਉਹਨੂੰ ਮੌਕਾ ਮਿਲ ਗਿਆ, ਉਹਨੂੰ ਕੋਈ ਚੰਗਾ ਸਿਆਣਾ ਬੰਦਾ ਮਿਲ ਗਿਆ, ਉਹਨੇ ਕਹਿੰਦਾ ਯਾਰ ਤੂੰ ਦਿੱਲੀ ਤਾਂ ਆਇਆ ਬਈ ਹੈ, ਤੂੰ ਕਿਉਂ ਨਹੀਂ JNU 'ਚ ਦਾਖਲਾ ਲੈ ਲੈਂਦਾ। JNU 'ਚ ਦਾਖਲਾ ਲੈ ਲਿਆ। ਕੁਝ ਯੂਨੀਵਰਸਿਟੀਆਂ JNU ਵਰਗੀਆਂ ਇਹੋ ਜਿਹੀਆਂ ਜਿਨ੍ਹਾਂ ਦੀਆਂ ਫੀਸਾਂ ਬੜੀਆਂ ਘੱਟ, ਸਕਾਲਰਸ਼ਿਪ ਮਿਲਦੀ ਹੈ ਉਲਟੀ, ਔਰ ਸਕਾਲਰਸ਼ਿਪ ਦੇ ਨਾਲ ਬੰਦੇ ਨੇ ਕਿੱਡੀ ਵੱਡੀ ਪ੍ਰਸਿੱਧੀ ਹਾਸਲ ਕੀਤੀ ਹੈ। ਬਿਲਕੁਲ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਜਾਰੀ ਰਹੇਗਾ, ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ।